सतनाम वाहिगुरु साहिब जीओ। गज मृग मीन पतंग अल इकत इकत रोग पचंदे। मानस देही पंज रोग पंजे दूत कसूत करंदे। आसा मनसा डायनी हरख सोग बहु रोग वधंदे। मन मुख दूजै पाए लग पंबल भूसे खाए पवंदे। सतगुर सच्चा पातशाह गुरमुख गाड़ी राह चलंदे। साध संगत मिल चलना भज गए ठग चोर डरंदे। लै लाहा निज घर निबहंदे। साध संगत मिल चलना भज गए ठग चोर डरंदे। लै लाहा निज घर निबहंदे। वाहिगुरु जी का खालसा वाहिगुरु जी की फतेह। सतगुरु गरीब नवाज पातशाह दसां पातशाहियां दे आत्मक स्वरूप बाणी गुरु सर्व कला समरथ शब्दा अवतार श्री गुरु ग्रंथ साहिब जी की हजूरी विच शाम के दीवान विच पहुँच के आप जी अकाल पुरख वाहिगुरू दीयां बख्शिशां प्राप्त कर रहे हो। थोड़ा जिहा भी मन नूं सुचेत करके आपां बैठ गए ते ये साडी जिंदगी का एक घंटा जो सिर्फ सानू अज ही मिलिया अज तो बाद नहीं मिलेगा। वो रब दे घर विच रब दी वही ते लिखिया जा सकदा है ते उहदे घर विचों सानू बहुत सारियां बख्शिशां रहमतां दी दात प्राप्त हो सकदी है बशर्ते के ये एक शर्त है कि इस शरीर दे विच जो साडा उसनू मन कह लीए सुरत कह लीए ध्यान कह लीए वो एक टारगेट बना के बैठे निशाना बना के भी मैं इन्ना चिर जिथे कुछ गल्लां समझणियां ने उत्थे मैं जुड़ना भी है क्योंकि समझना सिर्फ जुड़न वास्ते सहायता कर सकता है इस तो वध नहीं। समझदियां जदों मन गुरु के शब्द नाल जुड़न लग पे ते समझना फिर इस तरह रह जाता जिवें कोठे ते चढ़न वास्ते पौड़ी नूं आदमी छड्ड दिंदा ते कोठे ते चढ़ जांदा। गुरमत विचार गुरमत कीर्तन गुरबाणी दा पाठ ते पौड़ी है। ਇਹਦੇ ਉੱਤੇ ਅਸੀਂ पैर रख के रब दे घर ਵੱਲ दाखिल होना है ਉਹਦੇ ਨਾਲ जुड़ना है जोड़ पाउणा है साझ पाउणी है मित्रता बनाउणी है ते यही मार्ग है। पौड़ी तो बिना छत नहीं बेड़ी तो बिना पारला किनारा नहीं गुरु के शब्द तो बिना रब नाल साझ पा सकनी असंभव है ते उस साझ तो बिना मनुख इस जिंदगी दे विच बेचैन दुखी इउं लगदा है उसनूं कि मैं अपनी जिंदगी एवें ही जी रहा
ਰਿਪੀਟਿੰਗ ਚੱਲ ਰਹੀ ਹੈ ਜ਼ਿੰਦਗੀ ਵਿੱਚ। ਹਰ ਰੋਜ਼ ਪਰਤ ਪਰਤ ਕੇ ਉਹ ਹੀ ਕਰੀ ਜਾ ਰਹੇ ਹਾਂ ਕਈ ਸਾਲਾਂ ਤੋਂ। ਸਵੇਰੇ ਉੱਠੇ, ਪ੍ਰਸ਼ਾਦਾ ਛਕਿਆ, ਸੌਂ ਗਏ, ਜਾਗ ਪਏ, ਕੰਮ ਕਰ ਲਿਆ, ਫਿਰ ਸੌਂ ਗਏ, ਫਿਰ ਉੱਠ ਪਏ। ਦੁਹਰਾਈ, ਵਾਰ-ਵਾਰ ਰਿਪੀਟਿੰਗ। ਤੇ ਰਿਪੀਟਿੰਗ ਬੰਦੇ ਨੂੰ ਅਕਾਉਂਦੀ ਹੈ। ਆਦਮੀ ਚਾਹੁੰਦਾ ਮੈਂ ਕਿਸੇ ਨਵੇਂ ਥਾਂ 'ਤੇ ਜਾਵਾਂ, ਕੋਈ ਨਵੀਂ ਗੱਲ ਸੁਣਾ, ਕੋਈ ਨਵਾਂ ਕੱਪੜਾ ਪਾਵਾਂ। ਸਤਿਗੁਰੂ ਨੇ ਕਿਹਾ ਜਿੱਥੇ ਤੂੰ ਜਿਸ ਚੱਕਰ ਦੇ ਵਿੱਚ ਗੇੜੇ ਕੱਢ ਰਿਹਾ, ਇਸ ਚੱਕਰ ਵਿੱਚ ਹਜ਼ਾਰਾਂ ਸਾਲਾਂ ਤੋਂ ਬਹੁਤ ਸਾਰੇ ਲੋਕ ਇੱਥੋਂ ਦੀ ਲੰਘੇ ਨੇ, ਪਰ ਸੱਚਾਈ ਇਹ ਹੈ ਵੀ ਇਹ ਜ਼ਿੰਦਗੀ ਜਿੱਥੋਂ ਤੁਰਦੀ ਉੱਥੇ ਵਾਪਸ ਆ ਜਾਂਦੀ ਹੈ, ਪਹੁੰਚਦੀ ਨਹੀਂ ਕਿਤੇ। ਚੱਕਰ ਘੁੰਮ ਕੇ ਉੱਥੇ ਵਾਪਸ ਆ ਜਾਂਦਾ ਹੈ। ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ ਗੁਰੂ ਕੇ ਸ਼ਬਦ ਨਾਲ ਸਾਂਝ ਪਾਈ ਹੈ, ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ, ਉਹਨਾਂ ਵਾਸਤੇ ਸਰੀਰ ਇੱਕ ਪਲੇਟਫਾਰਮ ਬਣ ਗਿਆ। ਜਿਵੇਂ ਜਹਾਜ਼ ਆਪਣੇ ਏਅਰਪੋਰਟ ਤੋਂ ਉੱਡਦਾ, ਸਫ਼ਰ ਕਰਦਾ ਤੇ ਵਾਪਸ ਆ ਜਾਂਦਾ। ਬਹੁਤ ਸਾਰਾ ਸਫ਼ਰ, ਬਹੁਤ ਸਾਰੀ ਯਾਤਰਾ ਕਰ ਲੈਂਦਾ। ਇਸ ਤਰ੍ਹਾਂ ਇਹ ਸਰੀਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਸ ਉੱਚੀ ਗੱਲ ਵਾਸਤੇ ਦਿੱਤਾ ਹੈ ਜਿਹਨੂੰ ਸਤਿਗੁਰੂ ਨੇ ਕਿਹਾ ਇੱਕ ਨੂੰ ਬੁੱਝਣਾ, ਇੱਕ ਨਾਲ ਜੁੜਨਾ, ਇੱਕ ਨਾਲ ਸਾਂਝ ਪਾਉਣੀ। ਭਾਈ ਗੁਰਦਾਸ ਜੀ ਅੱਜ ਦੀ ਪੌੜੀ ਵਿੱਚ ਜੋ 20 ਔਰ 21 ਨੰਬਰ 2 ਪੌੜੀਆਂ ਨੇ 5ਵੀਂ ਵਾਰ ਦੀਆਂ, ਇਹਨਾਂ ਵਿੱਚ ਪਹਿਲੀ ਪੌੜੀ ਜੋ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ, ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਸਰੀਰ ਦੇ ਵਿੱਚ ਕਈ ਐਸੀਆਂ ਚੀਜ਼ਾਂ ਦਾ ਵਰਣਨ ਕੀਤਾ ਜੋ ਸਾਡੀ ਪਹੁੰਚ ਤੋਂ ਪਰੇ ਨੇ। ਅਸੀਂ ਉਹਨਾਂ ਨੂੰ ਵਹਿੰਦੇ ਨਹੀਂ, ਵੇਖ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਤੇਰੇ ਸਰੀਰ ਦੇ ਵਿੱਚ ਇੱਕ ਹਾਥੀ ਹੈ, ਇੱਕ ਮਿਰਗ ਹੈ, ਇੱਕ ਮੱਛੀ ਹੈ, ਇੱਕ ਪਤੰਗਾ ਹੈ, ਇੱਕ ਭੌਰਾ ਹੈ। ਇਹ ਚੀਜ਼ਾਂ ਤੁਸੀਂ ਬਾਹਰ ਸੰਸਾਰ ਵਿੱਚ ਵੇਖ ਸਕਦੇ ਹੋ। ਗੱਜ ਦੇ ਅਰਥ ਨੇ ਹਾਥੀ, ਮਿਰਗ ਦੇ ਅਰਥ ਵੀ ਤੁਸੀਂ ਜਾਣਦੇ ਹੋ ਹਿਰਨ, ਮੀਨ ਦੇ ਅਰਥ ਤੁਸੀਂ ਜਾਣਦੇ ਹੋ ਮੱਛੀ, ਪਤੰਗਾ ਜਿੱਥੇ ਲਾਈਟ ਜਗਦੀ ਹੈ ਉੱਥੇ ਰਾਤ ਨੂੰ ਕੀੜੇ ਉੱਡ ਕੇ ਆਉਂਦੇ ਨੇ, ਉਹਨਾਂ ਨੂੰ ਪਤੰਗਾ ਕਹਿੰਦੇ। ਅੱਲ ਦੇ ਅਰਥ ਨੇ ਭਵਰਾ। ਕਦੀ ਕਦੀ ਤੁਸੀਂ ਫੁੱਲਾਂ ਦੇ ਉੱਤੇ ਉੱਡਦੇ ਹੋਏ ਕਾਲੇ ਰੰਗ ਦੇ ਭੌਰੇ ਨੂੰ ਵੇਖੋਗੇ। ਸਤਿਗੁਰੂ ਭਾਈ ਗੁਰਦਾਸ ਜੀ ਕਹਿ ਰਹੇ ਵੀ ਤੇਰਾ ਸਰੀਰ ਬਾਹਰੋਂ ਤੇ ਮਨੁੱਖ ਦਾ ਹੈ, ਪਰ ਤੈਨੂੰ ਮੈਂ ਇੱਕ ਗੱਲ ਧਿਆਨ ਵਿੱਚ ਲਿਆਵਾਂ, ਤੂੰ ਆਪਣੇ ਅੰਦਰ ਅੱਖ ਬੰਦ ਕਰਕੇ ਵੇਖ। ਤੇਰੇ ਵਿੱਚ ਕਿਤੇ ਹਾਥੀ ਫਿਰ ਰਿਹਾ ਹੈ, ਤੇਰੇ ਵਿੱਚ ਕਿਤੇ ਮਿਰਗ ਫਿਰਦਾ ਹੈ, ਕਿਤੇ ਮੱਛੀ ਘੁੰਮ ਰਹੀ ਹੈ, ਕਿਤੇ ਪਤੰਗਾ ਉੱਡਿਆ ਫਿਰਦਾ ਹੈ, ਕਿਤੇ ਹੋਰ ਕਹਿੰਦੇ ਭਵਰਾ ਵੀ ਹੈ ਤੇਰੇ ਸਰੀਰ ਵਿੱਚ। ਪੁੱਛੀਏ ਜੀ ਸਾਡਾ ਸਰੀਰ ਤੇ ਅਸੀਂ ਚੰਗੀ ਤਰ੍ਹਾਂ ਵੇਖਿਆ। ਕਹਿੰਦੇ ਇਹ 5 ਬਿਰਤੀਆਂ ਨੇ। ਹਾਥੀ ਵਿੱਚ ਬਿਰਤੀ ਹੁੰਦੀ ਹੈ ਜ਼ਿਆਦਾਤਰ ਵਾਸ਼ਨਾ ਦੀ, ਕਾਮ ਦੀ, ਪਰਸਣ ਦੀ, ਸਪਰਸ਼ ਕਰਨਾ, ਟੱਚ ਕਰਨਾ। ਮਨੁੱਖ ਦੇ ਜੀਵਨ ਵਿੱਚ ਵੀ ਇਹ ਬਹੁਤ ਵੱਡੀ ਪ੍ਰਬਲ ਸ਼ਕਤੀ ਹੈ, ਕਾਮ ਸ਼ਕਤੀ, ਵਾਸ਼ਨਾ ਸ਼ਕਤੀ ਬਹੁਤ ਤੇਜ਼। ਤੁਸੀਂ ਕਦੀ ਧਿਆਨ ਨਾਲ ਬਾਣੀ ਪੜ੍ਹਨਾ, ਜਦੋਂ 5 ਵਿਕਾਰਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਚੱਲੇਗੀ, ਉਹਦੇ ਵਿੱਚ ਪਹਿਲਾਂ ਨਾ ਹੰਕਾਰ ਆਏਗਾ, ਨਾ ਲੋਭ ਆਏਗਾ, ਨਾ ਮੋਹ ਆਏਗਾ, ਨਾ ਹੋਰ ਕਿਸੇ ਵਿਕਾਰ ਦੀ ਗੱਲ ਕੀਤੀ ਜਾਏਗੀ। ਸਭ ਤੋਂ ਪਹਿਲਾਂ ਕਾਮ ਦੀ ਗੱਲ ਆਵੇਗੀ, ਕਿਉਂਕਿ ਇਹ ਸੱਭਿਅਕ ਤੌਰ 'ਤੇ ਇਹਦੀ ਵਿਆਖਿਆ ਕੋਈ ਨਹੀਂ। ਇਹਨੂੰ ਅਸ਼ਲੀਲ ਕਹਿੰਦੇ ਨੇ। ਜਿੰਨਾ ਅਸੀਂ ਇਹਨੂੰ ਅਸ਼ਲੀਲ ਕਹਿ ਕੇ ਅੱਖੋਂ ਪਰੋਖੇ ਕਰਨੇ ਆ, ਓਨਾ ਹੀ ਇਹ ਬੰਦੇ ਦੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਭਾਰੂ ਹੈ, ਸਭ ਤੋਂ ਜ਼ਿਆਦਾ ਕੰਮ ਕਰਦਾ ਹੈ। ਇਹ ਹਾਥੀ ਦੀ ਬਿਰਤੀ ਮਨੁੱਖ ਦੇ ਅੰਦਰ ਵਰਤ ਰਹੀ ਹੈ ਲਗਾਤਾਰ। ਹਾਲਾਂਕਿ ਇਹਦੀ ਵਰਤੋਂ ਵਾਸਤੇ ਅਕਾਲ ਪੁਰਖ ਨੇ ਇਹ ਸ਼ਕਤੀ ਬਣਾਈ ਹੈ। ਇਹ ਸਰੀਰ ਦੇ ਜਿੰਨੇ ਇੰਦਰੇ ਬਣਾਏ ਨੇ, ਅੱਖਾਂ ਬਣਾਈਆਂ ਨੇ, ਮੂੰਹ ਬਣਾਇਆ, ਨਾਸਕਾ ਬਣਾਈ ਹੈ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ 9 ਦੁਆਰਿਆਂ ਦੇ ਰਾਹੀਂ ਇਹ 5 ਵਿਕਾਰ ਕੰਮ ਕਰਦੇ ਨੇ।
ਵਿਕਾਰ ਵੀ ਉਹਨੇ ਵਿੱਚ ਆਪ ਪਾਏ ਨੇ। ਇਹ ਕਿਉਂ ਬਣਾਏ ਸਨ? ਇਹਨਾਂ ਦੇ ਦੋ ਕੰਮ ਸਨ, ਇਹਨਾਂ ਦੇ ਦੋ ਕਾਰਜ ਸਨ। ਉਹ ਸ਼ਬਦ ਮੈਂ ਕਹਿ ਦਿਆਂਗਾ, ਵਿਕਾਸ ਤੇ ਨਿਕਾਸ ਵਾਸਤੇ ਆ ਜਿਹੜੇ 9 ਦੁਆਰੇ ਬਣਾਏ ਨੇ। ਵਿਕਾਸ ਸੰਸਾਰ ਦਾ ਅੱਗੇ ਵਧਣਾ, ਇਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਅਕਾਲ ਪੁਰਖ ਦੀ ਆਪਣੀ ਚਾਹਤ ਹੈ ਕਿ ਸੰਸਾਰ ਵੱਧਦਾ ਹੀ ਜਾਏ, ਵੱਧਦਾ ਜਾਏ, ਇੱਕ ਤੋਂ ਅਨੇਕ ਹੁੰਦਾ ਜਾਏ, ਇੱਕ ਤੋਂ ਅਨੇਕ ਹੁੰਦਾ ਜਾਏ। ਉਹਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੇ ਵੀ ਜੀਵ ਇਸ ਧਰਤੀ ਤੇ ਪਾਏ, ਉਹਨਾਂ ਦੇ ਵਿੱਚ ਵਾਸ਼ਨਾ ਸ਼ਕਤੀ ਪੈਦਾ ਕੀਤੀ, ਕਾਮ ਸ਼ਕਤੀ ਪੈਦਾ ਕੀਤੀ, ਜਿਹਦੇ ਰਾਹੀਂ ਸੰਸਾਰ ਵਿੱਚ ਵਾਧਾ ਹੁੰਦਾ ਹੈ। ਪਰ ਜਦੋਂ ਇਹ ਤਾਕਤ ਬਹੁਤਾਤ ਵਿੱਚ ਵੱਧਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਾਈ ਤੇਰੇ ਸਰੀਰ ਦੇ ਵਿੱਚ ਜਿਹੜਾ ਅੰਮ੍ਰਿਤ ਹੈ ਨਾ, ਉਹ ਕਾਮ ਰਸ ਖਿੱਚ ਲੈਂਦਾ, ਉਹਦੇ ਵਿੱਚ ਬਦਲ ਜਾਂਦਾ ਹੈ। ਤੇਰੀ ਦੇਹ ਵਿੱਚ ਜਿਹੜਾ ਅੰਮ੍ਰਿਤ ਤੂੰ ਪੀਣਾ ਸੀ ਨਾ, ਆਪਾਂ ਅੰਮ੍ਰਿਤ ਛਕਨੇ ਆ, ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ 5 ਪਿਆਰੇ ਪਿਆਉਂਦੇ ਨੇ, ਤੇ ਉਹ ਇਹ ਦੱਸਦੇ, ਭਾਈ ਤੂੰ ਇਹ ਅੰਮ੍ਰਿਤ ਅੱਜ ਛਕਿਆ ਹੈ ਨਾ, ਹੁਣ ਤੂੰ ਇਸ ਅੰਮ੍ਰਿਤ ਦੀ ਕਮਾਈ ਕਰਨੀ ਹੈ, ਰਹਿਤ ਦੀ ਕਮਾਈ ਕਰਨੀ, ਕਕਾਰਾਂ ਦੀ ਰਹਿਤ ਰੱਖਣੀ ਹੈ, ਸਰੀਰ ਦੀ ਰਹਿਤ ਰੱਖਣੀ ਹੈ, ਤੇ ਮਨ ਦੀ ਰਹਿਤ ਕਮਾਉਣੀ। ਜਦੋਂ ਤੂੰ ਰਹਿਤ ਕਮਾਉਂਦਾ ਜਾਏਗਾ ਨਾ, ਤੂੰ ਵੇਖੇਂਗਾ ਤੇਰੇ ਅੰਦਰ ਜਿਹੜੀਆਂ ਬਿਰਤੀਆਂ ਨੈਗੇਟਿਵ ਨੇ, ਨਾਵਾਚਕ ਨੇ, ਤੇਰਾ ਜੀਵਨ ਦਾ ਨੁਕਸਾਨ ਕਰਦੀਆਂ ਨੇ, ਉਹ ਤੇਰੀ ਸਹਾਇਤਾ ਕਰਨ ਲੱਗ ਪੈਣਗੀਆਂ। ਪੰਜ ਵਿਕਾਰ ਜਿਹੜੇ ਨੇ, ਕਾਮ ਰਸ ਜਿਹੜਾ ਜਦੋਂ ਉਹਦੇ ਵਿੱਚ ਨਾਮ ਕੰਮ ਕਰਨ ਲੱਗ ਪਏਗਾ, ਉਸ ਕਾਮ ਦੀ ਸ਼ਕਤੀ ਨੂੰ ਨਾਮ ਜਿਹੜਾ ਹੈ ਰਾਮ ਰਸ ਵਿੱਚ ਬਦਲਣਾ ਸ਼ੁਰੂ ਕਰ ਦੇਗਾ। ਰਾਮ ਰਸ ਹੋਰ ਕਿਸੇ ਚੀਜ਼ ਦਾ ਨਹੀਂ ਬਣਨਾ। ਧਿਆਨ ਦੇ, ਜਿਹਨੂੰ ਅੰਮ੍ਰਿਤ ਕਿਹਾ ਨਾ, ਗੁਰਬਾਣੀ ਵਿੱਚ ਕਿਹਾ, ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਮਹਾਰਾਜ ਜੀ ਨੇ ਕਿਹਾ ਵੀ ਇਹ ਸਰੀਰ ਦੇ ਵਿੱਚ ਤੇਰੇ ਕੱਲੀਆਂ ਨਾੜੀਆਂ, ਹੱਡੀਆਂ, ਮਾਸ ਨਹੀਂ, ਇਹਦੇ ਵਿੱਚ 5 ਚੋਰ। ਚੋਰ ਕਿਉਂ ਕਿਹਾ ਸੀ? ਚੋਰ ਤਾਂ ਕਿਹਾ ਵੀ ਚੋਰ ਦਿਸਦਾ ਨਹੀਂ, ਲੁਕ ਕੇ ਰਹਿੰਦਾ। ਧਿਆਨ ਦੇਣਾ, ਹੁਣ ਆਪਾਂ ਬੈਠੇ ਹਾਂ ਨਾ, ਤੇ ਕਬੀਰ ਜੀ ਕਹਿੰਦੇ, ਇਸ ਤਨ ਮਨ ਮਦੇ ਮਦਨ ਚੋਰ, ਕਾਮ ਦਾ ਚੋਰ ਵਿੱਚ ਲੁਕ ਕੇ ਬੈਠਾ, ਪ੍ਰਗਟ ਨਹੀਂ ਹੁੰਦਾ, ਕਿਉਂਕਿ ਸੰਸਾਰ ਸਾਨੂੰ ਵੇਖ ਰਿਹਾ ਹੈ। ਸੰਸਾਰ ਵੇਖ ਰਿਹਾ, ਇਸ ਕਰਕੇ ਅਸੀਂ ਬੜੇ ਸੱਭਿਅਕ, ਬੜੇ ਸਿਆਣੇ, ਬੜੇ ਕਰੈਕਟਰ ਵਾਲੇ ਬਣੇ ਆ। ਚੋਰ ਤਾਂ ਕਿਹਾ ਇਹਨਾਂ ਨੂੰ ਕਿ ਲੁਕ ਜਾਂਦੇ ਨੇ ਅੰਦਰ, ਫੜੇ ਨਹੀਂ ਜਾਂਦੇ, ਮਨ ਦੇ ਵਿੱਚ ਲੁਕ ਰਹਿੰਦੇ ਨੇ। ਸਤਿਗੁਰੂ ਨੇ ਕਿਹਾ ਵੀ 5 ਚੋਰ ਤੇਰੇ ਸਰੀਰ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਕੋਈ ਤਸਵੀਰ ਨਹੀਂ ਬਾਹਰੋਂ, ਉਹ ਅਦ੍ਰਿਸ਼ਟ ਸ਼ਕਤੀਆਂ ਨੇ। ਮਹਾਰਾਜ ਜੀ ਕਰਦੇ ਕੀ ਨੇ? ਕੋਈ ਨਾ ਕੋਈ ਕੰਮ ਤਾਂ ਕਰਦੇ ਹੋਣਗੇ ਨਾ, ਉਹਨਾਂ ਦਾ ਕਾਰੋਬਾਰ ਕੀ ਹੈ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਕਾਰੋਬਾਰ ਉਹਨਾਂ ਦਾ ਬੜਾ ਖਤਰਨਾਕ ਹੈ। ਖਤਰਨਾਕ ਕਿਵੇਂ? ਕਹਿੰਦੇ ਵੀ ਜਿਸ ਰੱਬ ਨੇ ਤੇਰੀ ਦੇਹ ਬਣਾਈ ਹੈ ਨਾ, ਇਸ ਦੇਹ ਨੂੰ ਖੁਸ਼ ਰੱਖਣ ਵਾਸਤੇ ਤੇ ਪ੍ਰਫੁੱਲਿਤ ਰੱਖਣ ਵਾਸਤੇ ਤੇ ਤੰਦਰੁਸਤ ਰੱਖਣ ਵਾਸਤੇ, ਤੇਰੇ ਮਨ ਨੂੰ ਟਿਕਾਉਣ ਵਾਸਤੇ ਵਾਹਿਗੁਰੂ ਨੇ ਜਿੱਦਣ ਤੇਰੀ ਦੇਹ ਬਣਾਈ ਸੀ ਨਾ, ਉਦਣ ਤੇਰੇ ਵਿੱਚ ਅੰਮ੍ਰਿਤ ਦੀਆਂ ਕੁਝ ਬੂੰਦਾਂ ਪਾਈਆਂ ਸਨ, ਬਈ ਇਹ ਇਸ ਅੰਮ੍ਰਿਤ ਨੂੰ ਪੀਵੇ ਕਰੇਗਾ, ਵਿੱਚੋਂ ਰੋਜ਼ ਕੱਢ ਕੇ ਅੰਦਰੋਂ ਪੀਵੇਗਾ। ਔਰ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਸਵਾਲ ਕੀਤਾ ਹੈ ਵੀ ਆਪਾਂ ਇੱਥੇ ਕੀ ਕਰਨ ਵਾਸਤੇ ਜੰਮੇ ਹਾਂ, ਸਿੱਧੀ ਪੰਜਾਬੀ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। ਜਨਮ ਸਾਡਾ ਕਿਉਂ ਹੋਇਆ? ਸਵਾਲ ਬੜਾ ਵੱਡਾ ਹੈ। ਆਪਾਂ ਕਦੀ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਨਮ? ਇੱਕ ਗੱਲ ਚੇਤੇ ਵਿੱਚ ਰੱਖਣਾ, ਮੈਂ ਇਹ ਗੱਲ ਕੌੜੀ ਜੀ ਤੁਹਾਡੇ ਨਾਲ ਸਾਂਝੀ ਕਰ ਦਿਆਂਗਾ, ਜਿਸ ਕੰਮ ਦਾ ਕੋਈ ਮਿਸ਼ਨ ਨਹੀਂ, ਜਿਹਦਾ ਕੋਈ ਟਾਰਗੇਟ ਨਹੀਂ, ਜਿਹਦਾ ਕੋਈ ਨਿਸ਼ਾਨਾ ਨਹੀਂ, ਉਹ ਕੰਮ ਸ਼ੁਰੂ ਹੀ ਨਾ ਕਰਨਾ, ਨਹੀਂ ਤੇ ਉਹਦੇ ਵਿੱਚ ਕੱਖ ਨਹੀਂ ਮਿਲਣਾ। ਨੀਂਦ ਆ ਜਾਏਗੀ, ਇੱਕ ਦੂਜੇ ਨੂੰ ਮੋਢੇ ਮਾਰਦੇ ਰਹਾਂਗੇ। ਕਿਉਂ? ਨਿਸ਼ਾਨਾ ਹੀ ਕੋਈ ਨਹੀਂ। ਧਰਮ ਕੋਈ ਸੈਰ ਨਹੀਂ ਹੈ, ਸੈਰ ਦਾ ਵੀ ਅਜੇ ਕੋਈ ਟਾਰਗੇਟ ਹੈ, ਸਰੀਰ ਦੀ ਤੰਦਰੁਸਤੀ। ਮੈਂ ਕਹਿੰਦਾ ਲੋਕ ਧਰਮੀ ਦੁਨੀਆ ਵਿੱਚ ਤੁਰ ਰਹੇ ਨੇ, ਸੈਰ ਜਿੰਨੀ ਟਾਰਗੇਟ ਵੀ ਨਹੀਂ ਹੁੰਦਾ। ਚਲੋ ਸੈਰ ਕਰਨ ਦਾ ਵੀ ਕੋਈ ਨਾ ਕੋਈ ਤਾਂ ਨਿਸ਼ਾਨਾ ਹੁੰਦਾ ਵੀ ਇੰਨੇ ਗੇੜੇ ਕੱਢਣੇ ਨੇ, ਇੰਨੇ ਕਿਲੋਮੀਟਰ ਤੁਰਨਾ ਤੇ ਸਰੀਰ ਨੂੰ ਤੰਦਰੁਸਤੀ ਮਿਲੇਗੀ। ਜਿਸ ਕੰਮ ਦਾ ਨਿਸ਼ਾਨਾ ਨਹੀਂ, ਅਕੇਵਾਂ ਵੀ ਉਹਦੇ ਵਿੱਚ ਆਏਗਾ, ਨੀਂਦ ਵੀ ਉਹਦੇ ਵਿੱਚ ਆਏਗੀ, ਤੇ ਦੁੱਖ ਵੀ ਉਹਦੇ ਵਿੱਚ ਆਏਗਾ। ਧਿਆਨ ਦੇਣਾ, ਜਿਸ ਕੰਮ ਨੂੰ ਅਸੀਂ ਕਰ ਰਹੇ ਹਾਂ, ਜੇ ਉਹਦੇ ਵਿੱਚ ਸਾਡਾ ਮਨ ਸ਼ਾਮਲ ਨਹੀਂ ਨਾ, ਨੀਅਤ ਸ਼ਾਮਲ ਨਹੀਂ,
ਤੇ ਜਿਹੜੀਆਂ ਅੰਦਰਲੀਆਂ ਸ਼ਕਤੀਆਂ ਨੇ ਸਾਨੂੰ ਸੁੱਖ ਦੇਣਾ ਸੀ ਉਹ ਦੁੱਖ ਦੇਣਾ ਸ਼ੁਰੂ ਕਰ ਦੇਣਗੇ, ਕਿਉਂਕਿ ਅਸੀਂ ਸਹਿਮਤ ਹੈ ਨਹੀਂ ਉਹਦੇ ਨਾਲ, ਸਾਡਾ ਅੰਦਰਲਾ ਹਿੱਸਾ ਉਹਦੇ ਨਾਲ ਜੁੜਿਆ ਹੀ ਕੋਈ ਨਹੀਂ ਹੋਇਆ। ਇਸ ਕਰਕੇ ਧਰਮੀ ਦੁਨੀਆ ਵਿੱਚ ਵੀ ਦੁੱਖ, ਨੀਂਦ, ਅਕੇਵਾਂ। ਕਿਉਂ? ਸਾਡਾ ਕੋਈ ਨਿਸ਼ਾਨਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਪੁੱਛਿਆ ਵੀ ਅਸੀਂ ਇੱਥੇ ਕਿਉਂ ਜਨਮੇ ਆ, ਕਾਹਦੇ ਵਾਸਤੇ ਆਏ ਆ? ਪ੍ਰਸ਼ਾਦੇ ਛਕਣ ਵਾਸਤੇ, ਵੱਡੇ ਵੱਡੇ ਅਹੁਦਿਆਂ 'ਤੇ ਬਹਿ ਕੇ ਨੌਕਰੀ ਕਰਨ ਲਈ, ਜ਼ਮੀਨ ਬਣਾਉਣ ਲਈ, ਜਾਇਦਾਦ ਬਣਾਉਣ ਲਈ, ਵਿਦਵਾਨ ਬਣਨ ਲਈ? ਹਜ਼ੂਰ ਨੇ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਇਹ ਤਾਂ ਸਿਰਫ ਇੱਥੇ ਰਹਿਣ ਦੀਆਂ ਤੇਰੀਆਂ ਸਰੀਰਕ ਘਟਨਾਵਾਂ ਨੇ, ਆਪਣੇ ਆਪ ਹੀ ਹੋ ਜਾਂਦੀਆਂ। ਜਦ ਤੂੰ ਰਹੇਂਗਾ ਰੋਟੀ ਆਪਣੇ ਆਪ ਤੈਨੂੰ ਲੋੜ ਪਏਗੀ, ਤੂੰ ਖਾਣੀ ਹੈ, ਪਰ ਤੇਰਾ ਨਿਸ਼ਾਨਾ ਰੋਟੀ ਖਾਣੀ ਨਹੀਂ ਹੈ, ਤੇਰਾ ਨਿਸ਼ਾਨਾ ਨਹੀਂ ਹੈ। ਜਦ ਕਿ ਤੂੰ ਸਮਝ ਲਿਆ ਮਹਾਰਾਜ ਕਾਹਦੇ ਵਾਸਤੇ ਆਏ ਆ ਇੱਥੇ, ਕਾਰਨ ਕੀ ਇੱਥੇ ਜਨਮ ਲੈਣ ਦਾ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਨਾਮ ਦੇ ਖਜ਼ਾਨੇ ਅੰਮ੍ਰਿਤ ਨੂੰ ਪੀਣ ਲਈ ਤੁਸੀਂ ਦੁਨੀਆ ਵਿੱਚ ਆਏ ਹੋ। ਜਵਾਬ ਦੇ ਦਿੱਤਾ ਵੀ ਬੰਦਾ ਇੱਥੇ ਅੰਮ੍ਰਿਤ ਪੀਣ ਲਈ ਆਇਆ ਹੈ। ਹੁਣ ਇਹ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਉਸ ਮਾਰਗ ਦੇ ਉੱਤੇ ਅੰਮ੍ਰਿਤ ਪੀਣ ਲਈ ਅਜੇ ਇੱਕ ਵੀ ਕਦਮ ਰੱਖਿਆ ਕਿ ਨਹੀਂ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਕੋਲੇ, ਗੁਰੂ ਦੇ ਸ਼ਬਦ ਵਿੱਚ ਹੈ। ਛੋਡੋ ਵੇਸ਼ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਤੂੰ ਅੰਮ੍ਰਿਤ ਪੀਣ ਲਈ ਆਇਆ ਹੈ, ਤੇ ਸਤਿਗੁਰੂ ਨੇ ਕਿਹਾ ਤੇਰੇ ਸਰੀਰ ਦੇ ਵਿੱਚ ਜਿਹੜਾ ਇਹ ਕਾਮ ਵਸਦਾ ਹੈ ਨਾ, ਤੇਰੇ ਸਰੀਰ ਵਿੱਚ ਜਿਹੜੀ ਅੰਮ੍ਰਿਤ ਦੀ ਸ਼ਕਤੀ ਬਣਦੀ ਹੈ ਉਹਨੂੰ ਨਾਲੋਂ ਨਾਲ ਚੋਰੀ ਕਰਕੇ ਪੀ ਜਾਂਦਾ ਤੇ ਤੂੰ ਭੁੱਖਾ ਰਹਿਣਾ ਹੈ। ਤੇਰੇ ਮਨ ਨੂੰ ਅੰਮ੍ਰਿਤ ਮਿਲਦੇ ਨੇ। ਕਾਮ ਕੀ ਕਰਦਾ ਹੈ, ਕ੍ਰੋਧ ਕੀ ਕਰਦਾ ਹੈ? ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹਜ਼ੂਰ ਕਹਿੰਦੇ ਅੰਮ੍ਰਿਤ ਲੂਟੈ, ਮਨ ਮੁਖ ਨਹੀਂ ਬੂਝੈ। ਇਹ ਬੁੱਝਣਾ ਕੋਈ ਸੌਖਾ ਗੱਲ ਹੈ? ਜਿੱਥੇ ਤੁਸੀਂ ਬੈਠੇ ਹੋ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਇਸ ਧਰਤੀ ਦੀ ਸਭ ਤੋਂ ਔਖੀ ਵਿੱਦਿਆ ਹੈ ਜੇ ਅਸੀਂ ਸਟੂਡੈਂਟ ਬਣ ਕੇ ਆਏ। ਇਹ ਸਭ ਤੋਂ ਔਖੀ ਵਿੱਦਿਆ ਜਿੱਥੇ ਤੁਸੀਂ ਬੈਠੇ ਹੋ। ਜੇ ਤੁਸੀਂ ਪੜ੍ਹਨ ਆਏ ਹੋ, ਜੇ ਤੁਸੀਂ ਸਿੱਖਣ ਆਏ ਹੋ ਤਾਂ, ਜੇ ਛੱਤ ਵੇਖਣ ਆਏ ਹੋ ਫਿਰ ਕੁਝ ਵੀ ਨਹੀਂ, ਜੇ ਪੱਖੇ ਗਿਣਨ ਆਏ ਹੋ ਫਿਰ ਕੁਝ ਵੀ ਨਹੀਂ ਇੱਥੇ। ਇਹ ਸਭ ਤੋਂ ਮਹਿੰਗੀ ਸਟੱਡੀ ਹੈ ਇਸ ਧਰਤੀ ਦੀ, ਪਰ ਬੜੇ ਘੱਟ ਲੋਕ ਇਸ ਵਿੱਦਿਆ ਨੂੰ ਪੜ੍ਹਦੇ ਨੇ। ਜਗ ਮੈਂ ਉੱਤਮ ਕਾਢੀਐ, ਬਿਰਲੇ ਕਹੀ ਕਿ ਬੜੇ ਘੱਟ ਨੇ, ਇਹਦੇ ਵਪਾਰੀ ਬੜੇ ਘੱਟ ਨੇ। ਕਹਿੰਦੇ ਵੀ ਤੂੰ ਦੱਸ ਅੰਮ੍ਰਿਤ ਪੀਣਾ ਹੈ ਕਿ ਨਹੀਂ, ਕਿ ਜ਼ਹਿਰ ਹੀ ਖਾਣੀ ਸਾਰੀ ਉਮਰ, ਕਿ ਸਾਰੀ ਉਮਰ ਅਕੇਵਾਂ ਹੀ ਚੁੱਕਣਾ ਸਿਰ ਤੇ, ਦੁੱਖ ਹੀ ਚੁੱਕਣਾ, ਕਿ ਭਟਕਦੇ ਹੀ ਰਹਿਣਾ, ਕਿ ਤੂੰ ਖੋਜ ਕਰਨੀ ਹੈ। ਕਹਿੰਦੇ ਨੇ ਜੇ ਤੂੰ ਲੱਭਣਾ ਉਸ ਅੰਮ੍ਰਿਤ ਨੂੰ ਤੇ ਪਹਿਲਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਇਸ ਅੰਮ੍ਰਿਤ ਨੂੰ ਕੌਣ ਖਾ ਰਿਹਾ ਹੈ, ਚੋਰੀ ਕੌਣ ਕਰੀ ਜਾ ਰਿਹਾ। ਤੇ ਸਤਿਗੁਰੂ ਨੇ ਕਿਹਾ ਵੀ ਇਹ ਜਿਹੜੇ ਪੰਜ ਨੇ ਨਾ ਤੇਰੇ ਅੰਦਰ ਵਿਕਾਰ ਕੀ ਕਰਦੇ ਨੇ? ਕਹਿੰਦੇ ਅੰਮ੍ਰਿਤ ਲੂਟੈ, ਤੇਰੇ ਖਜ਼ਾਨੇ ਨੂੰ ਲੁੱਟ ਲੈਂਦੇ ਨੇ ਅੰਦਰੋਂ, ਨਾਲੋਂ ਨਾਲ ਖਾਈ ਜਾਂਦੇ ਨੇ। ਕੁਝ ਵਾਸ਼ਨਾ ਨਾਲ ਲੁੱਟਿਆ ਜਾਂਦਾ ਹੈ ਅੰਮ੍ਰਿਤ, ਕੁਝ ਵਿਚਾਰਾਂ ਅਸੀਂ ਜਦੋਂ ਕਰੀ ਜਾਂਦੇ ਹਾਂ, ਮਨ ਵਿੱਚ ਵਾਰ-ਵਾਰ ਸੋਚੀ ਜਾਂਦੇ ਹਾਂ, ਵਿਚਾਰਾਂ ਉੱਠੀ ਜਾ ਰਹੀਆਂ ਨੇ, ਇੱਥੇ ਹੁਣ ਵੀ ਉੱਠੀ ਜਾ ਰਹੀਆਂ ਨੇ। ਵੇਖੋ, ਧਿਆਨ ਦਿਓ। ਇੱਕ ਗੱਲ ਚੇਤੇ ਰੱਖਣਾ, ਜਦੋਂ ਵਿਚਾਰਾਂ ਚੱਲਦੀਆਂ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁਣ ਤੇਰਾ ਮਨ ਸੁੱਤਾ ਹੋਇਆ, ਜਾਗਿਆ ਕੋਈ ਨਹੀਂ। ਜੇ ਵਿਚਾਰਾਂ ਬੰਦ ਹੋ ਗਈਆਂ ਤੇ ਮਨ ਜਾਗ ਪਿਆ। ਵਿਚਾਰ ਇੱਕ ਤੇ ਗੱਲ ਮਨ ਟਿਕ ਗਿਆ, ਵਿਚਾਰ ਆਈ ਨਹੀਂ, ਹੁਣੇ ਜਾਣਾ, ਇੰਨਾ ਟਾਈਮ ਲੱਗਣਾ, ਸਵੇਰੇ ਉੱਥੇ ਜਾਣਾ, ਫਲਾਣਾ ਬੰਦਾ ਆਇਆ ਹੈ, ਕੌਣ ਹੈ, ਕਿੱਥੋਂ ਆਇਆ, ਇਹਨੂੰ ਵੀ ਵੇਖ ਲਈਏ, ਇਹ ਕੀ ਹੈ? ਮਨ ਸੌਂ ਗਿਆ, ਮਨ ਸ਼ਾਮਲ ਨਹੀਂ ਰਹੇਗਾ ਇੱਥੇ, ਗੁਰਬਾਣੀ ਵਿੱਚ ਨਹੀਂ ਰਹੇਗਾ। ਹਜ਼ੂਰ ਕਹਿੰਦੇ ਅੰਮ੍ਰਿਤ ਲੂਟੈ, ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਪੁਕਾਰ ਕੌਣ ਸੁਣੇ? ਤੇ ਉਸ ਅੰਮ੍ਰਿਤ ਨੂੰ ਬਚਾ ਕੇ ਅੰਦਰੋਂ, ਜਿਹੜਾ ਸਾਡੇ ਵਿੱਚ ਬੜਾ ਮਹਿੰਗਾ ਹੈ, ਬਣੀ ਜਾਂਦਾ ਨਾਲੋਂ ਨਾਲ, ਜਿਹੜਾ ਕੈਮਰੇ ਦੀ ਪਕੜ ਵਿੱਚ ਨਹੀਂ ਆਉਂਦਾ। ਤੁਸੀਂ ਐਕਸਰੇ ਕਰਾਓ ਤੇ ਉੱਥੇ ਨਹੀਂ ਦਿਸੇਗਾ ਵੀ ਅੰਮ੍ਰਿਤ ਕਿੱਥੇ ਬਣਦਾ ਪਿਆ। ਉਹ ਸਿਰਫ ਇੱਕ ਅਣਦਿਸਦੀ ਰਸਦਾਇਕ ਸਥਿਤੀ ਹੈ ਸਰੀਰ ਦੇ ਵਿੱਚ। ਮਹਾਰਾਜ ਉਹਨੂੰ ਫਿਰ ਕਿਵੇਂ ਪੀਵੀਏ, ਕਿਹੜਾ ਪਿਆਲਾ ਲਈਏ? ਤੇ ਸਤਿਗੁਰੂ ਨੇ ਕਿਹਾ ਗੁਰੂ ਕੇ ਸ਼ਬਦ ਦਾ ਪਿਆਲਾ ਪਹਿਲਾਂ ਤੇ ਪੜ੍ਹ ਬਾਣੀ, ਬਾਣੀ ਨਾਲ ਤੇਰਾ ਪਿਆਲਾ ਥੋੜ੍ਹਾ ਜਿਹਾ ਸਿੱਧਾ ਹੋਵੇਗਾ ਪਹਿਲਾਂ।
ਜਦੋਂ ਪਹਿਲਾਂ ਤੇਰਾ ਮਨ ਸਿੱਧਾ ਹੋ ਜਾਏਗਾ, ਫਿਰ ਤੂੰ ਅੰਮ੍ਰਿਤ ਪੀਣ ਦੇ ਯੋਗ ਹੋ ਜਾਏਗਾ, ਤੇਰਾ ਮੂੰਹ ਖੁੱਲ ਜਾਏਗਾ। ਇਹ ਰਸਨਾ ਤੇਰੀ ਜਿਉਂ-ਜਿਉਂ ਜਪੇਗੀ ਉਸ ਨਾਮ ਨੂੰ, ਤਿਉਂ-ਤਿਉਂ ਤੇਰੇ ਅੰਦਰ ਉਹ ਜਿਹੜਾ ਅੰਮ੍ਰਿਤ ਹੈ ਨਾ, ਉਹ ਸੋਮਾ ਬੰਦ ਪਿਆ ਹੋਇਆ ਹੈ। ਗੁਰੂ ਕੇ ਹੁਕਮ ਵਿੱਚ ਤੁਰੇਗਾ, ਗੁਰਬਾਣੀ ਦੇ ਅਨੁਸਾਰ ਜੀਵਨ ਬਿਤਾਏਗਾ, ਤੇ ਫਿਰ ਗੁਰੂ ਕਾ ਸ਼ਬਦ ਜਪੇਗਾ। ਫਿਰ ਕੀ ਹੋਵੇਗਾ? ਅੰਦਰ ਤੇਰੇ ਅੰਮ੍ਰਿਤ ਦਾ ਘਟ ਜਿਹੜਾ ਹੈ, ਅੰਮ੍ਰਿਤ ਦਾ ਖੂਹ ਖੁੱਲ੍ਹਣਾ ਹੋ ਜਾਏਗਾ। ਕਾਹਦੇ ਨਾਲ ਖੁੱਲ੍ਹੇਗਾ? ਉਹ ਖੁੱਲ੍ਹੇਗਾ ਨਾਮ ਨਾਲ। ਆਓ ਪਿਆਰ ਨਾਲ ਜੁੜੀਏ, ਸਾਰੇ ਕਰੋ ਇਕਾਗਰ ਚਿੱਤ, ਧਿਆਨ ਲਾ ਕੇ ਪਿਆਰ ਸਹਿਤ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਇਸ ਸ਼ਬਦ ਦੁਆਰਾ ਜੋ ਤੁਸੀਂ ਜਪ ਰਹੇ ਹੋ, ਜੇ ਇਹਦੀ ਵਰਤੋਂ ਕੀਤੀ ਜਾਏ ਪੂਰੀ ਤਰ੍ਹਾਂ ਤਰੀਕੇ ਨਾਲ, ਸਟੱਡੀ ਦੁਆਰਾ, ਗੁਰੂ ਵਾਲੇ ਬਣ ਕੇ, ਇਹਦੇ ਨਾਲ ਸਤਿਗੁਰੂ ਕਹਿੰਦੇ ਕਿ ਉਹ ਜਿਹੜਾ ਅੰਮ੍ਰਿਤ ਤੇਰਾ 5 ਵਿਕਾਰ ਲੁੱਟ ਰਹੇ ਨੇ, ਉਹ ਤੇਰੇ ਹੱਥ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਕਿਉਂਕਿ ਜਦੋਂ ਨਾਮ ਦੀ ਆਵਾਜ਼ ਆਉਂਦੀ ਹੈ, ਜਿਵੇਂ ਚੋਰ ਪੈਂਦੇ ਹੋਣ ਤੇ ਪਹਿਰੇਦਾਰ ਸੋਟੀ ਖੜਕਾਏ ਤੇ ਉਹ ਦੌੜ ਜਾਂਦੇ ਨੇ, ਭੱਜ ਜਾਂਦੇ। ਗੁਰੂ ਕਾ ਸ਼ਬਦ ਜਦੋਂ ਸਿੱਖ ਦੇ ਸਰੀਰ ਵਿੱਚ ਗੂੰਜਦਾ ਹੈ, ਜਦੋਂ ਉਹਨੂੰ ਜਪਦਾ ਹੈ, ਸਾਡੇ ਵਿੱਚ ਜਿਹੜੀਆਂ ਉਹ ਬਿਰਤੀਆਂ, ਜਿਹੜਾ ਸਾਡੇ ਜਿਹਨੂੰ ਕੌਵਾ ਬਿਰਤੀ ਕਹਿੰਦੇ ਨੇ, ਕਿਉਂਕਿ ਜਿਵੇਂ ਦੇ ਅਸੀਂ ਆ ਸਰੀਰ ਉਸੇ ਤਰ੍ਹਾਂ ਦੀ ਦਾਤ ਸਾਨੂੰ ਦੇ ਦਿੰਦਾ। ਧਿਆਨ ਦੇਣਾ, ਜਿਵੇਂ ਦੇ ਅਸੀਂ ਖੁਦ ਹਾਂ। ਇਹ ਨਹੀਂ ਵੀ ਅਸੀਂ ਮੰਗਣਾ ਕੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਪਹਿਲਾਂ ਵੇਖ ਵੀ ਤੂੰ ਬਣਿਆ ਕੀ ਹੈ। ਦੋ ਗੱਲਾਂ ਨੇ। ਅਸੀਂ ਕਹਿੰਦੇ ਹਾਂ ਵੀ ਆਹ ਦਿਓ, ਪਰ ਗੁਰੂ ਕੀ ਬਾਣੀ ਕਹਿ ਰਹੇ ਵੀ ਜੋ ਕੁਝ ਤੂੰ ਮੰਗ ਰਿਹਾ ਉਹਦੇ ਵਾਸਤੇ ਪਾਤਰ ਹੈ ਕਿ ਨਹੀਂ, ਤੂੰ ਗ੍ਰਾਹਕ ਬਣਿਆ ਕਿ ਨਹੀਂ। ਅਜੇ ਗੱਲ ਇਹਦੇ ਤੇ ਖੜੀ ਹੈ। ਸਤਿਗੁਰੂ ਤੇ ਕਹਿੰਦੇ ਤੂੰ ਗ੍ਰਾਹਕ ਬਣ, ਤੇਰੇ ਮੰਗਣ ਤੋਂ ਬਿਨਾਂ ਮੈਂ ਤੈਨੂੰ ਦੇ ਦੇਣਾ। ਸੱਚਾਈ ਤਾਂ ਇਹ ਹੈ, ਕੁਦਰਤ ਇਸ ਤਰ੍ਹਾਂ ਦੀ ਵਿਵਸਥਾ ਰੱਖਦੀ ਹੈ, ਇਸ ਬ੍ਰਹਿਮੰਡ ਵਿੱਚ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਕਿ ਬੰਦਾ ਜਿਵੇਂ ਦਾ ਬਣਦਾ ਉਵੇਂ ਦੀ ਦਾਤ ਕੁਦਰਤ ਤਿਆਰ ਹੈ ਉਹਨੂੰ ਦੇਣ ਵਾਸਤੇ। ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅਸੀਂ ਕੀ ਚਾਹੁੰਦੇ ਹਾਂ ਸਾਨੂੰ ਉਹੀ ਮਿਲੇਗਾ। ਔਰ ਮੈਂ ਵੀ ਬੇਨਤੀ ਕਰਦੇ ਹਾਂ, ਜੋ ਅਸੀਂ ਨਹੀਂ ਚਾਹੁੰਦੇ ਉਹ ਸਾਨੂੰ ਭਾਵੇਂ ਮੰਗੀ ਵੀ ਜਾਈਏ ਤੇ ਗੁਰੂ ਦੇ ਵੀ ਦੇ, ਆਇਆ ਹੋਇਆ ਵੀ ਚਲਾ ਜਾਏਗਾ। ਇਹ ਬੜੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਿਰਿਆ ਹੈ, ਉਹਨੂੰ ਕਹਿੰਦੇ ਭਾਗ ਸ਼ੈਲੀ। ਧਿਆਨ ਦੇਣਾ, ਥੋੜ੍ਹੇ ਜਿਹੇ ਮਿੰਟ ਦੇ ਤੇ ਬੇਨਤੀ ਕਰਦੇ, ਪਹਿਲਾਂ ਉਹਨੂੰ ਸੁਧਾਰਨਾ ਹੋਵੇਗਾ। ਭਾਗ ਸ਼ੈਲੀ, ਭਾਗ ਸ਼ਬਦ ਬੜੀ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਕਹਿੰਦੇ ਵੀ ਉਹ ਭਾਂਡਾ ਵੀ ਹੈ ਕਿ ਨਹੀਂ। ਨਹੀਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇੱਕ ਬੰਦਾ ਹੱਥ ਕੱਢ ਉਹਦੇ ਕੋਲ, ਸਤਿਗੁਰੂ ਨੇ ਚਾਹਿਆ ਇਹਨੂੰ ਅੰਮ੍ਰਿਤ ਦੇ ਦਿਆਂ, ਉਹਨੂੰ ਕਹਿੰਦੇ ਵੀ ਬੁੱਕ ਕਰ। ਜਦੋਂ ਕਿਹਾ ਨਾ ਬੁੱਕ ਕਰ, ਕੱਲ੍ਹ ਵੀ ਆਪਾਂ ਇਹਦੇ ਉੱਤੇ ਵਿਚਾਰ ਕੀਤੀ ਸੀ ਵੀ ਅੰਦਰ ਸਾਡੇ ਇੱਕ ਹਿੰਦੂ ਮਤ ਨੇ ਉਹਨੂੰ ਕਲਯੁਗ ਕਿਹਾ, ਈਸਾਈਅਤ ਨੇ ਉਹਨੂੰ ਸ਼ੈਤਾਨ ਕਿਹਾ, ਤੇ ਗੁਰੂ ਗ੍ਰੰਥ ਸਾਹਿਬ ਉਹਨੂੰ ਕਹਿੰਦੇ ਨੇ ਸੰਦੇਹ, ਸ਼ੱਕ। ਜਦੋਂ ਸਤਿਗੁਰੂ ਨੇ ਕਿਹਾ ਨਾ ਵੀ ਹੱਥ ਕਰ ਮੈਂ ਤੈਨੂੰ ਅੰਮ੍ਰਿਤ ਪਿਆ ਦਿਆਂ, ਉਹਨੇ ਕਹਿ ਕੁਹਾਏ ਤੇ ਮੂੰਹ ਮੁਲਾਜੇ ਵੱਲੋਂ, ਜਿਹਨੂੰ ਕਹਿੰਦੇ ਵੀ ਹੁਣ ਜਵਾਬ ਕੀ ਦੇਣਾ, ਚਲੋ ਹੱਥ ਕਰ ਹੀ ਲੈਂਦੇ ਹਾਂ। ਇਸ ਤਰ੍ਹਾਂ ਬੁੱਕ ਕੀਤੀ, ਜਦੋਂ ਪਾਣੀ ਪੀਣਾ ਹੋਵੇ ਬੁੱਕ ਕੀਤੀ। ਕਹਿੰਦੇ ਗੁਰੂ ਦਿੱਤਾ ਬੁੱਕ ਵਿੱਚ, ਉਹਨੇ ਮੂੰਹ ਨੂੰ ਵੀ ਲਾਇਆ ਹੋਇਆ ਬੁੱਕ ਇਸ ਤਰ੍ਹਾਂ ਕਰਕੇ। ਪਰ ਕਹਿੰਦੇ ਜਦੋਂ ਉੱਤੋਂ ਅੰਮ੍ਰਿਤ ਪੈ ਰਿਹਾ ਨਾ, ਪੀਣਾ ਨਹੀਂ ਸੀ ਚਾਹੁੰਦਾ, ਉਹਨੇ ਥੋੜ੍ਹੇ ਜਿਹੇ ਹੱਥ ਢਿੱਲੇ ਛੱਡ ਦਿੱਤੇ। ਗੁਰੂ ਉੱਤੋਂ ਪਾਈ ਜਾਂਦਾ ਤੇ ਥੱਲਿਓਂ ਵਗੀ ਜਾਂਦਾ, ਮੂੰਹ ਵਿੱਚ ਜਾਂਦਾ ਹੀ ਨਹੀਂ, ਅੰਦਰ ਤਿਆਰ ਨਹੀਂ ਹੋਇਆ। ਖਿਆਲ ਰੱਖੋ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਬਾਣੀ ਦੀ ਤੁਕ ਹੈ। ਕਰ ਦੇ ਅਰਥ ਨੇ ਹੱਥ। ਅੰਮ੍ਰਿਤ ਆਨ ਨਿਸਾਰਿਓ, ਪਾਇਆ ਗੁਰੂ ਨੇ ਸਾਡੇ ਹੱਥਾਂ ਵਿੱਚ ਅੰਮ੍ਰਿਤ। ਇਹ ਤੋਂ ਵੱਡ ਅੰਮ੍ਰਿਤ ਹੋਰ ਕਿਹੜਾ ਹੋਵੇਗਾ ਕਿ ਸਿੱਖ ਨੂੰ ਬਾਣੀ ਪੜ੍ਹਨ ਵਾਸਤੇ ਮਿਲ ਗਈ ਹੈ। ਅਜੇ ਨਹੀਂ ਇਹਦਾ ਪਤਾ ਲੱਗਾ
ये जपजी साहब की है। जिदन जपजी साहब साडियां आंदरां विच धस गया उदन दसेगा जपजी साहब की है। अजे तो अखर ही ने, अजे तो भाषा है, अजे नहीं पता लगा। जपजी साहब का उदन पता लगेगा ये की चीज़ है, यदी तसीर की है। उस दिन आदमी उठ उठ के दूजियां नूं भी कहेगा भी क्यों जिंदगी गवा रहे, तुहाडे कंढे दे उत्ते खजाना पिया होया है, क्यों यतीम हो, क्यों कंगाल, क्यों गरीब। एडा वड्डा तोहफा, एडी वड्डी गिफ्ट, वो चीज़ गुरु साहब ने इत्थे उतार ली जिहड़ी उतर नहीं सी सकदी। ध्यान देना, क्योंकि जिन्ना चिर प्लेटफार्म नहीं हुंदा, जिन्ना चिर पोर्ट नहीं हुंदा, उन्ना चिर जहाज़ नहीं उतारे जा सकते। जिहड़ा रब दा ज्ञान सी ना, जिहड़ी रब दी बख्शिश, साध संगत जी वो जिहड़ा भगती करदा उहदे ते जीवन विच वो पोर्ट बन जांदा है, वो पटड़ी बन जाती जिहदे उत्ते बख्शिश उतर जाती, लैंडिंग कर जाती बख्शिश जिहड़ी उहदे ते बन गई, वो तर गया, वो चला गया। पर गुरु साहब दे अंदर एक होर भावना सी, उहनूं कहिंदे सन कुछ भगत हुंदे, वो कहिंदे अपना सर गया छड्डो दुनिया नूं कौन कहे सुधारे। एक वो बिरती वाले भी भगत हैं। पर ਜਿਹੜੇ भगत सतगुरु ने पैदा ਕੀਤੇ ਉਹ ਕਹਿੰਦੇ भी तू अपने घर ਵਿੱਚ ਤੇ ਧੂਪਾਂ ਲਾਈ ਜਾਂਦਾ, तेरी गली ਵਿੱਚ कूड़ा खिलरिया होया, दस तू कल्ला ही भगत बनना। ਇਹ ਕਾਦੀ भगती होई, ਇਹ ਕਾਦਾ धर्म है, तू स्वार्थी है। गुरु साहब का मिशन है भी जो तेरे कोल है वो कल्ला तेरा नहीं, वो सारी दुनिया का है, तू उन्होंने भी देना। इस करके एक शब्द आया है गुरबाणी दे विच, उहनूं दान शब्द कहंदे। दान, दान का मतलब असी कहने असी दान करना है, गलत है बिल्कुल। सच्चाई ये है, दान शब्द के अर्थ ने तेनों जिथों पिछों आया वो भी दान द्वारा ही आया, तू भी अपनी मेहनत नाल कोई नहीं लिया, अगे भी तू दान ही करना, दे ही जाना। पिछों दान आया, अगों दे जा, तू काहदा विच मालक बन के बह गया। जो तेनों मिलिया वो कल्ले तेरे दा नहीं। पर तुसी आम तौर पर वेखोगे मनुख की बिरती, क्योंकि संसारिक बिरती हुंदियां बंदा जदों धर्म कमांदा है, जदों धर्म दे विच एंट्री करदा बिरती उही रहिंदी है, उन्हां चीज़ां नूं दबन लग पैंदा है, दब के रखदा। पुराने लोकां ने दब के रखिया ज्ञान, सारा ज्ञान गुरु साहब ने खोलिया, थोड़ा खोल दिता, गुरबाणी दे विच सरल कर दिता गया। पर साडी ये बदकिस्मती है, मंदिरां दे विच वेद पढ़े जाते हैं, वैसे तो पढ़ते घट ने, उन्होंने पता है समझ नहीं आती, संस्कृत है किनू समझ आवे, बड़ा घट पढ़ते हैं। तो जे वो पंडित जी पढ़ते भी ने तो बहुत घट लोग होणगे जिन्हां नूं समझ आ जाए, उन्हां वास्ते तो रुकावट बन के भी समझ आउंदी नहीं। साडे वास्ते रुकावट गुरु साहब ने खोल दी। उन्होंने कहा भी जिहड़ी बोली तू खुद बोलना, मैं तेनों तेरे नाल उस बोली विच गल करांगा। बिल्कुल वो बोली। गुरु कहते भी उन्होंने, गुरु नूं बाणी दे विच मां नाल तुलना दिती है, तू गुर पिता, तू है गुर माता। मां की करदी है, मां नूं ठीक बोलना आउंदा है, पर बच्चे नूं बोलना किवें सिखाउंदी है? अपने तल तो थले उतर के तोतला बोलदी है बच्चे वांग। तुसी कदी किसी मां नूं गोद विच पए होए बच्चे नाल गल करदिआं वेखना, ਉਹਨੂੰ ਗੱਲਾਂ पूरियां आउंदियां ने, पर जदों बच्चे नाल गल करदी वो अपनी भाषा विच नहीं करेगी, वो बच्चों वाली भाषा विच करेगी। और ये भी शायद सच होवे कि जे एक माँ एक बच्चे दे नाल तोतली भाषा विच गल ना करे तो बच्चा सारी उम्र बोलना सीख ही नहीं सकता। गुरु ग्रंथ साहिब जी की बाणी विच जो कुछ लिखिया गया है, गुरु नानक ने साडे नाल तोतली आवाज़ विच, तोतली भाषा विच गल कीती है, साडी भाषा विच गल कीती है भी इन्हां नूं बोलना आ जाए। पर असीं कहने आ भी गुरु ग्रंथ साहिब जी तुसीं बोली जाओ, असीं कोई नहीं जे बोलना तुहाडे नाल, उस तरह ही रह गया, असीं नहीं बोलना, असीं बाणी नहीं पढ़नी, असीं बाणी नहीं पढ़नी, पाठ करा देंगे, पैसे दे देंगे, दसो किन्ने चाहिए, असीं आप नहीं पढ़नी। बच्चे ने मां नूं जवाब दे दिता, कहन लगा मैं तेरे नाल नहीं बोलना, तू भावें किन्ना तोतला बोली जा, तेनू मत्था टेक देंगा, तेनू पैसे चढ़ा देंगा, तेनू लंगर ला देंगा, तेरे मेलियां ते आ जाऊंगा, तेरे थावां ते मत्थे टेक देंगा, प्रशाद करा देंगा, पर मैं तेरे नाल बोलना नहीं। तुसीं आप अंदाज़ा ला सकते हो, जिहड़ा बच्चा अपनी मां नाल
ਆਪਣੇ ਪਿਤਾ ਨਾਲ ਬੋਲ ਕੇ ਰਾਜੀ ਨਹੀਂ, ਭਾਵੇਂ ਉਹਨੂੰ ਸੋਨੇ ਦੇ ਮਕਾਨ ਵਿੱਚ ਬਿਠਾ ਦੇ। ਇੱਕ ਬੱਚਾ ਕਵੇ ਮੈਂ ਆਪਣੇ ਬਾਪੂ ਨੂੰ ਜਿਹੜਾ ਕੋਠਾ ਬਣਾ ਕੇ ਦਿੱਤਾ, ਸੋਨੇ ਦੀਆਂ ਬਾਰੀਆਂ ਲਾਈਆਂ ਨੇ, ਵਿੱਚ ਹੀਰੇ ਜੜੇ ਹੋਏ ਨੇ, ਸੋਨੇ ਦੀ ਥਾਲੀ ਵਿੱਚ ਰੋਟੀ ਖਵਾਉਣਾ, ਬਸ ਉਹਦੀ ਜੁੱਤੀ ਵੀ ਸੋਨੇ ਦੀ, ਉਹਦੇ ਉੱਤੇ ਛਤਰ ਵੀ ਫਿਰਦਾ ਹੈ, 2 ਟਾਈਮ ਉਹਨੂੰ ਮੱਥਾ ਵੀ ਟੇਕ ਕੇ ਆਉਣਾ। ਤੇ ਕਿਸੇ ਨੇ ਜਾ ਕੇ ਉਹਨੂੰ ਪੁੱਛਿਆ ਵੀ ਤੇਰੀ ਤਾਂ ਬੜੀ ਸੇਵਾ ਹੁੰਦੀ ਹੈ, ਉਹ ਕਹਿੰਦਾ ਸੇਵਾ ਤੇ ਬੜੀ ਹੁੰਦੀ ਹੈ, ਸੋਨੇ ਦੇ ਪਿੰਜਰੇ ਵਿੱਚ ਪਾਇਆ ਹੋਇਆ ਤੋਤਾ ਕਾਹਦੇ ਵਾਸਤੇ? ਕਹਿੰਦੇ ਹੋਰ ਸਾਰਾ ਕੁਝ ਬੜਾ, ਪਰ ਬੋਲਦੇ ਕੋਈ ਨਹੀਂ ਮੇਰੇ ਨਾਲ, ਇਸ ਕਰਕੇ ਕੱਖ ਵੀ ਨਹੀਂ ਜੋ ਕੁਝ ਮੈਨੂੰ ਦੇ ਰਹੇ ਨੇ, ਇਹ ਕੱਖ ਵੀ ਨਹੀਂ, ਮਿੱਟੀ ਤੋਂ ਵੀ ਭੈੜਾ ਹੈ। ਜੇ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਗੱਲ ਕਰਨ ਦੀ ਜਾਚ ਆ ਜਾਏਗੀ ਤੇ ਗੁਰੂ ਗ੍ਰੰਥ ਸਾਹਿਬ ਵੀ ਇਹ ਗੱਲ ਦੱਸਣਗੇ, ਕਹਿਣ ਲੱਗੇ ਭਾਈ ਸਿੱਖ ਮੇਰੇ ਤੇ ਛਤਰ ਤੇ ਬੜੇ ਚੜਾਉਂਦੇ ਨੇ ਪਏ, ਰੁਮਾਲੇ ਤੇ ਬੜੇ ਚੜਾ ਰਹੇ ਨੇ, ਲੰਗਰ ਤੇ ਬੜੇ ਲਾ ਰਹੇ ਨੇ, ਮੇਰੇ ਗੁਰਪੁਰਬ ਤੇ ਬੜੇ ਮਨਾਉਂਦੇ, ਜੇ ਮੇਰੇ ਨਾਲ ਬੋਲਦੇ ਕੋਈ ਨਹੀਂ, ਜੇ ਆ ਕੇ ਗੱਲ ਨਹੀਂ ਕਰਦੇ। ਬੋਲਣਾ ਕੀ ਹੈ? ਬੋਲਣਾ ਇਹ ਹੈ ਵੀ ਸਵੇਰੇ ਉੱਠ ਕੇ ਸਿੱਖ ਬਵੇ ਗੁਟਕਾ ਸਾਹਿਬ ਫੜ ਕੇ ਤੇ ਗੁਰੂ ਨਾਨਕ ਦੇਵ ਜੀ ਨੂੰ ਕਵੇ ਮਹਾਰਾਜ ਅੱਜ ਮੈਂ ਤੁਹਾਡੇ ਨਾਲ ਬੋਲਣਾ ਹੈ, ਮੇਰੇ ਨਾਲ ਗੱਲ ਕਰੋ, ਮੈਂ ਜਪਜੀ ਸਾਹਿਬ ਪੜ੍ਹਨ ਲੱਗਾ, ਮੇਰੇ ਨਾਲ ਗੱਲ ਕਰੋ। ਤੇ ਸਤਿਗੁਰੂ ਪਿਆਰ ਦੇ ਨਾਲ ਸਮਝਾਣਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇੰਨਾ ਸਿਆਣਾ ਗੁਰੂ ਤਾਂ ਚਲੋ ਜਿੱਥੇ ਕਿਸੇ ਦਾ ਮਨ ਜੁੜਿਆ ਚੰਗਾ ਲੱਗਦਾ, ਕੋਈ ਫਰਕ ਨਹੀਂ, ਪਰ ਸਾਧ ਸੰਗਤ ਜੀ ਜਿਸ ਗੁਰੂ ਨੂੰ ਨੇੜਿਓਂ ਹੋ ਕੇ ਵੇਖਿਆ ਹੋਵੇ, ਆਪਣੇ ਆਪ ਉਹਦੇ ਨਾਲ ਅੰਦਰੋਂ ਪਿਆਰ ਵਧੇਗਾ। ਵੇਖੋ ਇੱਕੋ ਹੀ ਤੋਕੇ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ, 2 ਅੱਖਰ ਕਹਿ ਦਿੱਤੇ ਵਡਿਆਈ ਵਿਚਾਰ। ਆਮ ਤੌਰ ਤੇ ਜਿੰਨੇ ਤੁਸੀਂ ਵਿਖਿਆਨ ਸੁਣੋਗੇ, ਕਈਆਂ ਦੇ ਵਿੱਚ ਕੱਲੀ ਵਡਿਆਈ ਦੀ ਗੱਲ ਹੋਵੇਗੀ, ਕਈਆਂ ਵਿੱਚ ਕੱਲੀ ਵਿਚਾਰ ਦੀ ਗੱਲ ਹੋਵੇਗੀ। ਸਤਿਗੁਰੂ ਨੇ ਕਿਹਾ ਨਹੀਂ, ਕੱਲੀ ਤੇ ਵਡਿਆਈ ਨਾਲ ਵੀ ਨਹੀਂ ਸਰਨਾ, ਕੱਲੀ ਵਿਚਾਰ ਨਾਲ ਵੀ ਨਹੀਂ ਸਰਨਾ। ਜਿਹੜੇ ਕੱਲੀ ਵਿਚਾਰ ਕਰਦੇ ਰਹੇ, ਸੋਚ ਵਿਚਾਰ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਬੰਦੇ ਦੇ ਦਿਮਾਗ ਨੂੰ ਖੁਸ਼ਕ ਕਰ ਦਿੰਦੀ ਹੈ, ਤਰਕ ਵਿੱਚ ਲੈ ਜਾਂਦੀ ਹੈ, ਦਿਮਾਗ ਖੁਸ਼ਕ ਜਿਹਾ ਹੋ ਜਾਂਦਾ, ਹੌਲਾ ਜਿਹਾ ਹੋ ਜਾਂਦਾ। ਜੇ ਕੱਲੀ ਵਿਚਾਰ, ਉਹਦੇ ਨਾਲ ਕਹਿੰਦੇ ਵਡਿਆਈ ਵੀ ਕਰ ਵਾਹਿਗੁਰੂ ਦੀ, ਜਿੱਥੇ ਤੂੰ ਵਿਚਾਰ ਕਰਨਾ ਉੱਥੇ ਵਡਿਆਈ ਵੀ ਕਰ। ਪਰ ਇੱਕ ਖਿਆਲ ਹੋਰ ਰੱਖੀ, ਜੇ ਤੇਰੇ ਕੋਲ ਕੱਲੀ ਵਡਿਆਈ ਹੈ ਤੇ ਵਿਚਾਰ ਕੋਈ ਨਹੀਂ ਕਰਦਾ, ਫਿਰ ਵੀ ਤੇਰੇ ਕੋਲ ਅਧੂਰਾਪਣ ਰਹਿ ਗਿਆ। ਮਿਕਸ ਕਰ ਦੋਵਾਂ ਨੂੰ, ਥੋੜਾ ਜਿਹਾ ਤੇਰੇ ਕੋਲ ਗਿਆਨ ਵੀ ਹੋਣਾ ਚਾਹੀਦਾ। ਮਨ ਸਮਝਾਵਣ ਕਾਰਨ ਕਸ਼ਵਕ ਪੜ੍ਹਿਆ ਗਿਆਨ, ਵਡਿਆਈ ਵੀ ਕਰਿਆ ਕਰ, ਵਿਚਾਰ ਵੀ ਕਰਿਆ ਕਰ। ਵਿਚਾਰ ਕਰਿਆ ਕਰ ਆਪਣੇ ਆਪ ਦੀ ਵੀ ਤੂੰ ਕਿੱਥੇ ਖੜਾ ਹੈ, ਕਿੰਨਾ ਕੁ ਵਿਕਾਸ ਹੋਇਆ ਤੇਰੀ ਜ਼ਿੰਦਗੀ ਵਿੱਚ। ਵਡਿਆਈ ਕਿਹਦੀ ਕਰਿਆ ਕਰ? ਵਡਿਆਈ ਰੱਬ ਦੀ ਕਰਿਆ ਕਰ ਕਿ ਤੂੰ ਬਹੁਤ ਵੱਡਾ ਹੈ, ਤੂੰ ਬੜਾ ਬੇਅੰਤ ਹੈ। ਜੇ ਵਡਿਆਈ ਦੀ ਤਸਵੀਰ ਵੇਖਣੀ ਹੋਵੇ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਜਾਪ ਸਾਹਿਬ ਪੜ੍ਹਨਾ ਧਿਆਨ। ਜੇ ਵਡਿਆਈ ਦੀ ਤਸਵੀਰ ਵੇਖਣੀ ਹੋਵੇ ਤੇ ਸਤਿਗੁਰੂ ਆਪਣੇ ਰੱਬ ਦੇ ਸਾਹਮਣੇ ਖਲੋ ਕੇ ਕਹਿੰਦੇ ਗਰੀਬੁਲ ਪਰਸਤੈ, ਤੂੰ ਗਰੀਬਾਂ ਦਾ ਪੱਖ ਕਰਨ ਵਾਲਾ ਹੈ, ਤੂੰ ਮਾੜਿਆਂ ਦੀ ਸਹਾਇਤਾ ਕਰਨ ਵਾਲਾ ਹੈ। ਜਿਹੜੇ ਲੋਕ ਕਮਜ਼ੋਰ ਹੋ ਜਾਂਦੇ ਨੇ, ਹਾਂ ਇੱਥੇ ਧਿਆਨ ਰੱਖਣਾ, ਦੁਨੀਆ ਉਹਨਾਂ ਨੂੰ ਕਮਜ਼ੋਰ ਸਮਝਦੀ ਹੈ, ਪਰ ਉਹਨਾਂ ਦਾ ਇਰਾਦਾ ਬੜਾ ਬਲਵਾਨ ਹੁੰਦਾ। ਤੂੰ ਉਹਨਾਂ ਦਾ ਪੱਖ ਲੈਣਾ, ਗਰੀਬੁਲ ਪਰਸਤੈ। ਫਿਰ ਕਹਿੰਦੇ ਗਨੀ ਮੁੱਲ ਸ਼ਿਕਸਤ ਹੈ। ਗਣੀ ਮੁੱਲ ਕਹਿੰਦੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਹੰਕਾਰ ਵਿੱਚ ਚਲੇ ਜਾਂਦੇ, ਉਹਨਾਂ ਨੂੰ ਗਣੀ ਮੁੱਲ, ਗਣੀ ਯਾਨੀ ਕਿ ਹੰਕਾਰੀ ਨੇ। ਸ਼ਿਕਸਤ ਹੈ, ਉਹਨਾਂ ਨੂੰ ਸ਼ਿਕਸਤ ਦੇਣਾ, ਉਹਨਾਂ ਨੂੰ ਭਜਾ ਦੇਣਾ, ਇਹ ਉਹਦੀ ਵਡਿਆਈ ਹੈ। ਹਜ਼ੂਰ ਕਹਿੰਦੇ ਕਿ ਸਾਹਿਬ ਦਿਮਾਗ ਹੈ, ਤੂੰ ਸਿਆਣਾ ਬੜਾ ਹੈ, ਤੇਰਾ ਦਿਮਾਗ ਬੜਾ ਵੱਡਾ ਹੈ, ਤੂੰ ਐਡਾ ਸਿਆਣਾ ਹੈ ਵੀ ਤੂੰ ਕਈ ਬੰਦਿਆਂ ਦੇ ਦਿਮਾਗ ਇੰਨੇ ਤੇਜ਼ ਬਣਾ ਦਿੱਤੇ ਵੀ ਉਹ ਸਿੱਧ ਕਰ ਦਿੰਦੇ ਨੇ ਰੱਬ ਹੈ ਹੀ ਕੋਈ ਨਹੀਂ। ਇਹ ਵੀ ਉਹਨੇ ਬਣਾਏ ਨੇ, ਕਿੰਨੇ ਤੇਜ਼ ਦਿਮਾਗ ਬਣਾ ਦਿੱਤੇ ਇੱਕ ਆਦਮੀ ਦੇ ਵਿੱਚ। ਤੁਸੀਂ ਵੇਖੋ ਕਈ ਚੀਜ਼ਾਂ ਚੱਲਦੀਆਂ ਵੇਖ ਕੇ ਬੰਦੇ ਦਾ ਮਨ ਹੈਰਾਨ ਹੋ ਜਾਂਦਾ ਵੀ ਕਿਵੇਂ ਸਾਰਾ ਸਿਲਸਿਲਾ, ਇਹ ਜਹਾਜ਼ ਉੱਡ ਰਹੇ ਨੇ, ਕੰਟਰੋਲ ਕੌਣ ਕਰ ਰਿਹਾ ਹੈ?
ਉਪਗ੍ਰਹਿ ਚੱਕਰ ਲਾ ਰਹੇ ਨੇ, ਕਿੱਥੇ ਦਾ ਕਿੱਥੇ ਗੱਲ ਹੋ ਰਹੀ ਹੈ। ਇਹ ਕਿੰਨੇ ਕੱਢਿਆ ਇਸ ਦਿਮਾਗ ਨੇ? ਬਣਾਇਆ ਕਿੰਨੇ? ਜਿਹਦਾ ਦਿਮਾਗ ਸਾਹਿਬ ਸੀ, ਬਹੁਤ ਵੱਡਾ ਸੀ, ਉੱਚਾ ਸੀ, ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ। ਜਿੰਨੇ ਵਡਿਆਈ ਕਰਨ ਦੀ ਜਾਚ ਸਿੱਖ ਲਈ, ਹਰ ਇੱਕ ਚੀਜ਼ ਵਿੱਚ ਉਹ ਧਿਆਨ ਦੇਣਾ। ਇੱਕ ਹੋਰ ਨੁਕਤਾ ਸਾਂਝਾ ਕਰਦਿਆਂ, ਆਮ ਤੌਰ 'ਤੇ ਬੰਦਾ ਰੱਬ ਦੀ ਉਸਤਤ ਉਦੋਂ ਕਰਦਾ ਜਦੋਂ ਉਹਦੀ ਜ਼ਿੰਦਗੀ ਵਿੱਚ ਚਾਨਣ ਹੋਵੇ। ਚਾਨਣ ਦਾ ਮਤਲਬ ਖੁਸ਼ੀ ਹੋਵੇ, ਖੁਸ਼ੀ ਦਾ ਮਤਲਬ ਕਾਮਯਾਬੀ ਹੋਵੇ, ਪੈਸੇ ਜ਼ਿਆਦੇ ਹੋਣ। ਉਸ ਦਿਨ ਕਹਿੰਦਾ ਵੀ ਤੂੰ ਦੇਣ ਵਾਲਾ, ਤੂੰ ਦਾਤਾ ਹੈ। ਪਰ ਤੁਸੀਂ ਕੋਈ ਇਸ ਤਰ੍ਹਾਂ ਦਾ ਭਗਤ ਵੇਖਿਆ? ਜੇ ਕਿਸੇ ਦੇ ਘਰ ਵਿੱਚ ਖੁਸ਼ੀ ਆ ਜਾਏ, ਦੀਵਾ ਜਗ ਜਾਏ, ਧਨ ਜ਼ਿਆਦਾ ਆ ਜਾਏ, ਉਦੋਂ ਤੇ ਕਹੇਗਾ ਜੀ ਸ਼ੁਕਰਾਨਾ ਕਰੀਏ, ਸ਼ੁਕਰਾਨਾ ਕਰੀਏ। ਚੰਗਾ ਵੈਸੇ ਕਰਨਾ ਚਾਹੀਦਾ। ਪਰ ਮੈਂ ਬੜਾ ਲੱਭਿਆ, ਮੈਨੂੰ ਇੱਕੋ ਭਗਤ ਲੱਭਾ ਜਿਹਨੇ ਕਿਹਾ ਵੀ ਅੱਜ ਤੂੰ ਮੈਨੂੰ ਹਨੇਰੇ ਵਿੱਚ ਤੋਰਿਆ ਹੈ, ਅੱਜ ਵੀ ਮੈਂ ਤੇਰੇ ਸ਼ੁਕਰਾਨਾ ਕਰਨਾ। ਉਹ ਵੀ ਤੁਸੀਂ ਜਾਪ ਸਾਹਿਬ ਵਿੱਚ ਪੜ੍ਹੋਗੇ। ਉਹ ਕਦੋਂ ਕਹਿੰਦੇ? ਹਜ਼ੂਰ ਕਹਿੰਦੇ ਨਮੋ ਤੇਜ ਤੇਜੇ, ਨਮੋ ਅੰਧਕਾਰੇ। ਹਨੇਰੇ ਵਿੱਚ ਵੀ ਤੈਨੂੰ ਨਮਸਕਾਰ, ਤੇਜੇ ਦਾ ਅਰਥ ਹੈ ਪ੍ਰਕਾਸ਼ ਵਿੱਚ ਵੀ ਤੈਨੂੰ ਨਮਸਕਾਰ। ਸ਼ਾਇਦ ਇਹ ਬਚਨ ਕਲਗੀਆਂ ਵਾਲੇ ਨੇ ਉਦੋਂ ਹੀ ਪੜ੍ਹਿਆ ਸੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਚੌਵਾਂ ਪਾਸੇ ਕੁਝ ਨਹੀਂ ਦਿਸਦਾ, ਚੌਵਾਂ ਪਾਸੇ ਹਨੇਰਾ। ਪਿੱਛੇ ਭਾਈ ਦਇਆ ਸਿੰਘ ਤੇ ਸਤਿਗੁਰੂ ਇੱਕ ਬਚਨ ਵਾਰ-ਵਾਰ ਪੜ੍ਹੀ ਜਾਂਦੇ, ਨਮੋ ਅੰਧਕਾਰੇ, ਨਮੋ ਅੰਧਕਾਰੇ। ਅੱਗੇ ਲੰਘ ਕੇ ਭਾਈ ਦਇਆ ਸਿੰਘ ਜੀ ਨੇ ਕਈ ਦਿਨਾਂ ਬਾਅਦ ਪੁੱਛਿਆ, ਮਹਾਰਾਜ ਰਾਹ ਵਿੱਚ ਤੁਸੀਂ ਬੜੀ ਵਾਰੀ ਨਮੋ ਅੰਧਕਾਰੇ, ਨਮੋ ਅੰਧਕਾਰੇ ਪੜ੍ਹ ਰਹੇ ਸੀ, ਗੱਲ ਕੀ ਬਣੀ? ਕਹਿਣ ਲੱਗੇ, ਦਇਆ ਸਿੰਘ ਜੀ, ਜਦੋਂ ਮਿਸਾਲਾਂ ਜਗਦੀਆਂ ਸਨ ਅਨੰਦਪੁਰ ਸਾਹਿਬ ਵਿੱਚ, ਜਗਮਗਾਹਟ ਸੀ, ਉਦੋਂ ਵੀ ਮੈਂ ਆਪਣੇ ਰੱਬ ਨੂੰ ਕਿਹਾ ਵੀ ਤੂੰ ਮੈਨੂੰ ਚਾਨਣ ਵਿੱਚ ਬਿਠਾਇਆ। ਤੇ ਮੈਂ ਸੋਚਿਆ ਵੀ ਉਸ ਰੱਬ ਨਾਲ ਕਿਉਂ ਵਪਾਰ ਕਰੀਏ? ਜੇ ਤੇ ਚਾਨਣ ਵਿੱਚ ਬਿਠਾਇਆ ਸੀ ਉਦੋਂ ਤੇ ਕਹਿ ਦਿੱਤਾ ਸੀ ਨਮੋ ਤੇਜ ਤੇਜੇ। ਤੇਜ ਦਾ ਅਰਥ ਹੁੰਦਾ ਚਾਨਣ। ਚਾਨਣ ਵਿੱਚ ਬਿਠਾਉਣ ਵਾਲਿਆ ਤੈਨੂੰ ਨਮਸਕਾਰ। ਤੇ ਜੇ ਚਾਨਣ ਉਹਨੇ ਬਣਾਇਆ ਤੇ ਇਹ ਵੀ ਨਿਸ਼ਚਿਤ ਹੈ, ਇਹ ਵੀ ਸੱਚ ਹੈ, ਹਨੇਰਾ ਵੀ ਉਹਨੇ ਬਣਾਇਆ। ਫਿਰ ਮੈਂ ਹਨੇਰੇ ਵਿੱਚ ਕਿਉਂ ਨਾ ਉਹਨੂੰ ਨਮਸਕਾਰ ਕਰਨਾ? ਐਵੇਂ ਦਾ ਭਗਤ, ਐਵੇਂ ਦਾ ਗੁਰੂ ਲੱਭਣਾ ਬੜਾ ਕਠਿਨ ਹੈ, ਜਿਹੜਾ ਹਨੇਰੇ ਵਿੱਚ ਵੀ ਉਹਨੂੰ ਨਮਸਕਾਰ ਕਰਦਾ ਹੈ। ਇਸ ਕਰਕੇ ਇਹ ਉਹਦੀ ਵਡਿਆਈ ਤੇ ਵਿਚਾਰ ਦੋਵੇਂ ਚੀਜ਼ਾਂ ਨੇ। ਜਿਹੜਾ ਮੈਂ ਵਿਸ਼ਾ ਸਾਂਝਾ ਕਰ ਰਿਹਾ ਸੀ, ਅੱਖਰੀ ਅਰਥ ਕਰਾਂ ਸਮੇਂ ਦੇ ਅਨੁਸਾਰ। ਸਾਡੇ ਅੰਦਰ ਇੱਕ ਹਿੱਸਾ ਹਨੇਰਾ ਹੈ ਵਿਕਾਰਾਂ ਦਾ, ਇੱਕ ਹਿੱਸਾ ਚਾਨਣ ਦਾ ਹੈ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਅੰਮ੍ਰਿਤ ਪੀਣ ਵਾਲੇ ਬਣਾਉਂਦੇ ਨਹੀਂ, ਉਹਨਾਂ ਚਿਰ ਗੁਰੂ ਅੰਮ੍ਰਿਤ ਦੇ ਵੀ ਤਾਂ ਵੀ ਪੀਤਾ ਨਹੀਂ ਜਾਏਗਾ। ਖਿਆਲ ਰੱਖਣਾ, ਸਾਡੇ ਇੱਕ ਪੰਛੀ ਹੈ, ਉਹ ਕਾਂ ਵੀ ਬਣ ਸਕਦਾ, ਉਹ ਹੰਸ ਵੀ ਬਣ ਸਕਦਾ। ਸਤਿਗੁਰੂ ਨੇ ਉਹਦੇ ਬਾਰੇ ਬਚਨ ਕੀਤੇ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤਾ ਕੌਆ ਹੰਸ ਹੋਵੇ। ਅੰਦਰ ਦੀ ਬਿਰਤੀ ਨਹੀਂ, ਜਿਵੇਂ ਦੀ ਬਿਰਤੀ ਹੈ ਗੁਰੂ ਕੋਲੋਂ ਉਹ ਹੀ ਮਿਲੇਗਾ, ਉਸ ਤੋਂ ਵੱਧ ਨਹੀਂ ਕੁਝ ਮਿਲ ਸਕਦਾ। ਇਸ ਲਈ ਸਾਡੇ ਤੇ ਗੱਲ ਖੜੀ ਏ, ਮੈਂ ਬੇਨਤੀ ਕਰਦਿਆਂ ਗੁਰੂ ਤੇ ਗੱਲ ਨਹੀਂ ਖੜੀ। ਇੱਕ ਵਿਚਾਰ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ, ਜਿਹਨੂੰ ਅਸੀਂ ਵਾਰ-ਵਾਰ ਕਿਹਾ ਵੀ ਸਭ ਕੁਝ ਗੁਰੂ ਨੇ ਕਰਨਾ ਹੈ, ਸਭ ਕੁਝ ਗੁਰੂ ਨੇ ਕਰਨਾ ਹੈ। ਇਸ ਕਰਕੇ ਅਸੀਂ, ਮੈਂ ਕਹਿ ਦਿਆਂ ਵੀ ਆਲਸੀ ਹੋ ਗਏ, ਕਿਉਂਕਿ ਜਦੋਂ ਗੁਰੂ ਨੇ ਕਰਨਾ ਮੈਨੂੰ ਕੀ ਲੋੜ ਹੈ? ਮੌਜ ਕਰੋ, ਸਾਰਾ ਦਿਨ ਝੂਠ ਬੋਲੋ, ਸਾਰਾ ਦਿਨ ਨਿੰਦਿਆ ਕਰੋ, ਚੋਰੀ ਕਰੋ, ਝੂਠ ਬੋਲੋ, ਧੋਖਾ ਦਿਓ। ਕਿਉਂ? ਆਪਾਂ ਤੇ ਕਰਨਾ ਹੀ ਕੁਝ ਨਹੀਂ। ਜਦੋਂ ਆਪਾਂ ਕਰਨਾ ਹੀ ਕੁਝ ਨਹੀਂ, ਆਪਾਂ ਨੂੰ ਫਿਰ ਫਿਕਰ ਦੀ ਕੀ ਲੋੜ? ਜੋ ਮਰਜ਼ੀ ਕਰੀਏ। ਇਸ ਬਿਰਤੀ ਕਰਕੇ ਅਸੀਂ ਸਾਰੀ ਉਮਰ ਲੰਘਾ ਦਿੱਤੀ, ਅਜੇ ਤੱਕ ਕੁਝ ਨਹੀਂ ਹੋਇਆ। ਹਜ਼ੂਰ ਨੇ ਕਿਹਾ ਨਹੀਂ, ਮੈਂ ਬਹੁਤ ਕੁਝ ਕਰਨਾ, ਪਰ ਤੂੰ ਵੀ ਕੁਝ ਕਰਨਾ ਹੈ। ਜੇ ਤੂੰ ਆਪਣੇ ਕੰਮ ਕਰਨ ਤੋਂ ਬੇਗੈਰ ਜ਼ਿੰਮੇਵਾਰ ਹੋ ਗਿਆ ਤੇ ਸਾਡਾ ਤੇ ਦੇਸ਼ ਹੈ ਹੀ ਗੈਰ ਜ਼ਿੰਮੇਵਾਰ। ਸਾਡਾ ਤੇ ਦੇਸ਼ ਹੀ ਗੈਰ ਜ਼ਿੰਮੇਵਾਰ ਹੈ, ਜ਼ਿੰਮੇਵਾਰੀ ਹੈ ਹੀ ਕੋਈ ਨਹੀਂ। ਇਹ ਤਾਂ ਇਹਦਾ ਕੀ ਹੈ? ਇਹ ਤਾਂ ਤੁਰਦਾ ਤੁਰਦਾ ਕੇਲਾ ਖਾ ਕੇ ਛਿੱਲਰ ਰਾਹ ਵਿੱਚ ਸਿੱਟਦਾ ਹੈ। ਇਹ ਤਾਂ ਤੁਰਦਾ ਤੁਰਦਾ ਲਿਫਾਫੇ ਰਾਹ ਵਿੱਚ ਖਿਲਾਰ ਜਾਏ, ਰਾਹ ਵਿੱਚ ਗੰਦ ਪਾ ਦੇ। ਕਿੱਥੇ ਜ਼ਿੰਮੇਵਾਰ ਹੈ ਆਪਣੇ ਕੰਮ ਦਾ? ਇਹਨੇ ਦੂਜੇ ਨੂੰ ਥੋੜ੍ਹੀ ਵੇਖਣਾ ਹੈ, ਇਹਨੇ ਕਿਸੇ ਨੂੰ ਨਹੀਂ ਵੇਖਣਾ, ਇਹਨੇ ਸਿਸਟਮ ਵਿੱਚ ਆਉਣਾ ਹੀ ਨਹੀਂ।
ਸਾਡਾ ਤੇ ਦੇਸ਼ ਹੀ ਗੈਰ ਜ਼ਿੰਮੇਵਾਰ ਲੋਕਾਂ ਦਾ, ਜ਼ਿੰਮੇਵਾਰੀ ਹੈ ਹੀ ਕੋਈ ਨਹੀਂ। ਕਹਿੰਦੇ ਆਪਣਾ ਘਰ ਸਜਾਓ, ਦੂਜਿਆਂ ਦਾ ਕੀ ਜੋ ਮਰਜ਼ੀ ਹੋਵੇ। ਇੱਥੋਂ ਹੀ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਸਾਂਝ ਖਤਮ ਹੋ ਗਈ। ਉਹਨਾਂ ਨੇ ਕਿਹਾ ਸੀ ਮੇਰਾ ਇਕੱਲੇ ਦਾ ਘਰ ਵਸਦਾ ਰਹੇ, ਇਹਦੇ ਨਾਲ ਕੀ ਨਿਬੜੇਗਾ, ਇੱਕੋ ਜਿਹਾ ਘਰ ਦੂਜਿਆਂ ਦੇ ਵੀ ਵਸਣੇ ਚਾਹੀਦੇ ਨੇ। ਅਸੀਂ ਕਿਹਾ ਵੀ ਤੁਸੀਂ ਆਪਣਾ ਵਸਾਓ, ਦੁਨੀਆ ਜਿਹੜੇ ਖੂਹ ਵਿੱਚ ਡਿੱਗਦੀ ਹੈ ਡਿੱਗੇ, ਪੰਥ ਜਿਹੜੇ ਪਾਸੇ ਜਾਂਦਾ ਜਾਓ, ਤੁਸੀਂ ਆਪਣਾ ਬੁੱਤਾ ਸਾਰੋ, ਸਿੱਧਾ ਕਰੋ ਕੰਮ। ਇੱਥੋਂ ਸਾਡੀ ਸਾਂਝ ਖਤਮ ਹੋ ਗਈ। ਇਸ ਕਰਕੇ ਜਦੋਂ ਅਸੀਂ ਸਾਡੇ ਅੰਦਰ ਜਿੰਨੇ ਪੰਛੀ, ਭਾਈ ਗੁਰਦਾਸ ਜੀ ਕਹਿੰਦੇ ਗੱਜ ਦੀ ਬਿਰਤੀ ਵਾਸ਼ਨਾ ਦੀ ਹੈ। ਕਹਿੰਦੇ ਮਿਰਗ ਜਿਹੜਾ ਨਾ ਉਹ ਸਰੋਤ ਦਾ ਗੁਲਾਮ ਹੈ, ਸੁਣੀ ਜਾਣਾ ਦਿਨ ਰਾਤ, ਸੁਣੀ ਜਾਣਾ, ਕੰਨਾਂ ਦੇ ਵਿੱਚ ਤਾਰਾਂ ਲਾ ਕੇ ਸੁਣੀ ਜਾਣਾ। ਇਸ ਗੀਤ ਰਸ ਦਾ ਅੰਦਰ ਇੱਕ ਬਿਰਤੀ ਹੈ। ਮੀਨ ਖਾਈ ਹੋਈ ਜਾਣਾ ਰਸ ਅਧੀਨ, ਖਾਈ ਜਾਣਾ ਸਾਰਾ ਦਿਨ, ਕੋਈ ਟਾਈਮ ਨਹੀਂ, ਕੋਈ ਵਕਤ ਨਹੀਂ, ਕੋਈ ਪਰਹੇਜ਼ ਨਹੀਂ, ਕੋਈ ਮਰਿਆਦਾ ਨਹੀਂ। ਖਾਣ ਦੇ ਰਸ ਵਿੱਚ ਜਿਉਣਾ। ਕਹਿੰਦੇ ਨੇ ਪਤੰਗ ਵੇਖਣ ਦੇ ਰਸ ਵਿੱਚ ਜਿਉਣਾ, ਪਤੰਗਾ ਵੇਖਣ ਦੇ ਰਸ ਵਿੱਚ ਜਿਉਂਦਾ। ਅਲ ਜਿਹੜਾ ਸੁੰਘਣ ਦੇ ਰਸ ਵਿੱਚ, ਸੁਗੰਧੀ ਦੇ ਰਸ ਵਿੱਚ ਰਹਿੰਦਾ। ਇਹ ਸਾਰੀਆਂ ਬਿਰਤੀਆਂ ਨੇ ਸਾਡੇ ਅੰਦਰ। ਭਾਈ ਗੁਰਦਾਸ ਜੀ ਕਹਿੰਦੇ ਇਕਤ ਰੋਗ ਪਚੰਦੇ। ਆ ਜਿੰਨੇ ਨੇ ਨਾ ਹਾਥੀ, ਮਿਰਗ, ਮੀਨ, ਮੱਛੀ ਤੇ ਪਤੰਗਾ ਤੇ ਭਵਰਾ, ਇਹਨਾਂ ਵਿੱਚ ਇੱਕ ਬਿਮਾਰੀ ਏ ਤੇ ਇੱਕ ਨਾਲ ਉਹ ਮਰ ਜਾਂਦੇ ਨੇ। ਹਾਥੀ ਗੁਲਾਮ ਹੋ ਜਾਂਦਾ ਸਾਰੀ ਉਮਰ ਲਈ, ਮਿਰਗ ਫੜਿਆ ਜਾਂਦਾ ਸ਼ਿਕਾਰੀ ਦੇ ਹੱਥਾਂ ਵਿੱਚ। ਮੈਂ ਵਿਸਤਾਰ ਨਹੀਂ ਕਰਾਂਗਾ ਕਿਉਂਕਿ ਬੜੀ ਵਾਰੀ ਤੁਸੀਂ ਸੁਣਿਆ ਕਿਵੇਂ ਫੜੇ ਜਾਂਦੇ ਨੇ। ਮੀਨ ਮੱਛੀ ਫੜੀ ਜਾਂਦੀ ਹੈ ਕੁੰਡੀ ਦੇ ਉੱਤੇ, ਮਾਸ ਵੇਖ ਕੇ ਚੱਕ ਮਾਰ ਕੇ। ਪਤੰਗਾ ਦੀਵੇ ਨੂੰ ਵੇਖ ਕੇ ਸੜ ਕੇ ਮਰ ਜਾਂਦਾ। ਅਲ ਭਵਰਾ ਫੁੱਲ ਤੇ ਬਹਿ ਕੇ ਆਪਣਾ ਆਪ ਗਵਾ ਲੈਂਦਾ। ਇਸੇ ਤਰ੍ਹਾਂ ਇੱਕ ਬਿਮਾਰੀ ਉਹਨਾਂ ਨੂੰ ਮਾਰਨ ਦਾ ਕਾਰਨ ਬਣਦੀ ਏ। ਤੇ ਭਾਈ ਗੁਰਦਾਸ ਕਹਿੰਦੇ ਸਤਿਗੁਰੂ ਸਾਡੇ ਸਰੀਰ ਵਿੱਚ ਤੇ ਪੰਜੇ ਇਕੱਠੀਆਂ ਨੇ, ਸਾਡਾ ਕੀ ਬਣੇਗਾ? ਸਾਰੀਆਂ ਪੰਜੇ ਇੱਕੋ ਥਾਂ ਤੇ ਨੇ, ਕਿਵੇਂ ਬਚੀਏ? ਫਿਰ ਕਹਿੰਦੇ ਮਾਨਸ ਦੇਹੀ ਪੰਜ ਰੋਗ, ਪੰਜੇ ਦੂਤ ਕਸੂਤ ਕਰਨ ਦੇ। ਇੱਥੇ ਪੰਜ ਸ਼ਕਤੀਆਂ ਵਸਦੀਆਂ ਸਾਡੇ ਵਿੱਚ, ਤੇ ਇਹ ਜ਼ਿੰਦਗੀ ਦੇ ਸੂਤਰਧਾਰ ਨੂੰ ਤੋੜ ਕੇ ਕਸੂਤ ਕਰ ਦਿੰਦੀਆਂ। ਕਸੂਤ ਦਾ ਮਤਲਬ ਸਿਸਟਮ ਤੋਂ ਬਾਹਰ ਕਰ ਦਿੰਦੀਆਂ, ਜ਼ਿੰਦਗੀ ਨੂੰ ਸੂਤਰ ਤੋਂ ਬਾਹਰ ਕਰ ਦਿੰਦੀਆਂ ਨੇ, ਨਿਯਮ ਤੋਂ ਬਾਹਰ ਕਰ ਦਿੰਦੀਆਂ ਨੇ। ਹਜ਼ੂਰ ਕਹਿੰਦੇ ਆਸਾ ਮਨਸਾ ਡਾਇਣੀ, ਦੋ ਡੈਣਾ ਵਸਦੀਆਂ ਨੇ ਸਾਡੇ ਸਰੀਰ ਵਿੱਚ। ਕਿਤੇ ਤੁਸੀਂ ਡੈਣਾ ਵੇਖਣੀਆਂ ਹੋਣਗੀਆਂ। ਭਾਈ ਗੁਰਦਾਸ ਜੀ ਕਹਿੰਦੇ ਦੋ ਡੈਣਾ ਨੇ, ਆਸਾ ਤੇ ਮਨਸਾ। ਡੈਣ ਦੇ ਸੰਬੰਧ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਉਹ ਖਾ ਜਾਂਦੀ ਬੰਦੇ ਨੂੰ। ਇਹ ਜਿਹੜੀ ਵਧੀ ਹੋਈ ਤ੍ਰਿਸ਼ਨਾ, ਇੱਛਾ ਜ਼ਿਆਦੀ ਹੋ ਜਾਏ ਤੇ ਬੰਦੇ ਦੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ। ਫਿਰ ਕਹਿੰਦੇ ਹਰਖ ਸੋਗ ਬਹੁ ਰੋਗ ਵਧੰਦੇ। ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਣਾ ਤੇ ਗਮੀ ਵਿੱਚ ਜ਼ਿਆਦਾ ਗਮੀ ਚਲੇ ਜਾਣਾ, ਇਹਦੇ ਨਾਲ ਸਰੀਰ ਨੂੰ ਰੋਗ ਲੱਗਦੇ ਨੇ। ਜਿੰਨੇ ਰੋਗ ਨੇ ਸਰੀਰ ਦੇ ਜਾਂ ਜਿੰਨੇ ਵੀ ਰੋਗ ਨੇ, ਇਹਨਾਂ ਦੋ ਚੀਜ਼ਾਂ ਤੋਂ ਪੈਦਾ ਹੁੰਦੇ ਨੇ। ਵਿਗਿਆਨ ਨੇ, ਮਾਨਸਿਕ ਵਿਗਿਆਨੀਆਂ ਨੇ ਪਿੱਛੇ ਜੀ ਇਹਦੀ ਖੋਜ ਕੀਤੀ ਥੋੜ੍ਹਾ ਚਿਰ। ਉਹ ਕਹਿੰਦੇ ਵੀ ਬੰਦਾ ਬਿਮਾਰ ਤਾਂ ਹੁੰਦਾ ਹੈ ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਂਦਾ ਹੈ, ਗਮੀ ਵਿੱਚ ਜ਼ਿਆਦਾ ਗਮੀ ਵਿੱਚ, ਫਿਰ ਉਹਨੇ ਚਲੇ ਜਾਣਾ ਉਸੇ ਪਰਸੈਂਟੇਜ ਵਿੱਚ। ਜਿੰਨਾ ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਏਗਾ ਨਾ, ਆਊਟ ਚਲਾ ਜਾਏਗਾ, ਉਹਨਾਂ ਗਮ ਵਿੱਚ ਦੁਖੀ ਜ਼ਿਆਦਾ ਹੋਵੇਗਾ। ਤਾਂ ਇਹਦੇ ਕਰਕੇ ਕਹਿੰਦੇ ਹਰਖ ਸੋਗ ਬਹੁ ਰੋਗ ਵਧੰਦੇ। ਕਹਿੰਦੇ ਇਹਦੇ ਨਾਲ ਬੜੇ ਰੋਗ ਵੱਧਦੇ ਨੇ। ਮਨ ਮੁਖ ਦੂਜੈ ਭਾਏ ਲੱਗ, ਭੰਬਲ ਭੂਸੇ ਖਾਏ ਭਵੰਦੇ। ਪੂਰੇ ਗੁਰੂ ਦਾ ਸਾਥ ਛੱਡ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਤਿਆਗ ਕੇ, ਸੁਣਦਾ ਨਹੀਂ, ਮਨ ਮਰਜ਼ੀ ਨਾਲ ਜਿਉਂਦਾ, ਸਿੱਧੇ ਰਾਹ ਨੂੰ ਤਿਆਗ ਕੇ ਮਨਮੁਖ ਦੂਜੀ ਭਾਵਨਾ ਵਿੱਚ ਲੱਗ ਕੇ, ਭੰਬਲ ਭੂਸਿਆਂ ਵਿੱਚ ਪੈ ਕੇ, ਦੁਬਿਧਾ ਵਿੱਚ ਪੈ ਕੇ ਜੀਵਨ ਨੂੰ ਖੁਆਰ ਕਰ ਲੈਂਦੇ ਨੇ। ਭਾਈ ਸਾਹਿਬ ਅੱਗੇ ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦੇ। ਗਾਡੀ ਰਾਹ, ਇਹਦੇ ਬਾਰੇ ਮੈਂ ਆਪ ਜੀ ਨਾਲ ਕੱਲ੍ਹ ਸਾਰੀ ਗੱਲ ਕਰ ਦਿੱਤੀ ਸੀ। ਇਸ ਕਰਕੇ ਕਥਾ ਉਹਨਾਂ ਦੇ ਸਮਝ ਜ਼ਿਆਦਾ ਆਉਂਦੀ ਜਿਹੜੇ ਰੂਟੀਨ ਵਿੱਚ ਰੋਜ਼ ਆਉਂਦੇ ਨੇ, ਉਹਨਾਂ ਨੂੰ ਜ਼ਿਆਦਾ ਆਉਂਦੀ ਹੈ। ਇਹ ਗਾਡੀ ਰਾਹ ਕੱਲ੍ਹ ਮੈਂ ਆਪ ਜੀ ਨੂੰ, ਕਿਉਂਕਿ 15-20 ਮਿੰਟ ਦਾ ਇਹ ਵਿਸ਼ਾ ਮੈਂ ਕਿਹਾ ਸੀ। ਗਾਡੀ ਰਾਹ ਯਾਨੀ ਕਿ ਜਿਹੜੇ ਗੁਰਮੁਖ ਨੇ ਨਾ, ਉਹ ਇਸ ਰਾਹ ਨੂੰ ਅਖਤਿਆਰ ਕਰ ਲੈਂਦੇ ਵੀ ਸਤਿਗੁਰੂ ਨੂੰ ਪੁੱਛ ਕੇ ਸੰਸਾਰ ਵਿੱਚ ਜਿਉਂਦੇ ਨੇ। ਇਹ ਨਹੀਂ ਵੀ ਸੰਸਾਰ ਨੂੰ ਤਿਆਗ ਦਿੰਦੇ ਨੇ, ਉਹ ਜਗਤ ਦੇ ਵਿੱਚ ਉਸ ਤਰੀਕੇ ਨਾਲ ਜਿਉਂਦੇ ਨੇ
ਜਿਹੜਾ ਰਸਤਾ ਗੁਰੂ ਸਾਹਿਬ ਨੇ ਐਕਸਪੀਰੀਅੰਸ ਕਰਕੇ ਤਜਰਬੇ ਕਰਕੇ ਜੀ ਕੇ ਵਿਖਾਇਆ ਹੈ। ਜਦੋਂ ਆਪਾਂ ਗੱਲ ਕਰੀਏ ਨਾ ਵੀ ਗੁਰੂ ਦੇ ਮਾਰਗ ਤੇ, ਆਮ ਸੰਸਾਰੀ ਬੰਦਾ ਸਮਝ ਲੈਂਦਾ ਵੀ ਇਹ ਤੇ ਤਿਆਗ ਦੀ ਗੱਲ ਹੈ, ਕਥਾ ਬਾਕੀ ਸਾਰੀ ਸੁਣ ਲਾਂਗੇ। ਜਦੋਂ ਕਵਾਂਗੇ ਗੁਰੂ ਦੇ ਮਾਰਗ ਤੇ, ਆਮ ਨੌਜਵਾਨ ਤਬਕਾ ਉਹ ਕਹਿੰਦਾ ਹੁਣ ਗੁਰੂ ਦੇ ਮਾਰਗ ਦੀ ਗੱਲ ਆ ਗਈ, ਥੋੜ੍ਹਾ ਜਿਹਾ ਘੱਟ ਹੀ ਸੁਣਨਾ। ਕਿਉਂ? ਉਹਨਾਂ ਨੂੰ ਡਰਾਇਆ ਗਿਆ ਹੈ ਸਾਡੇ ਵੱਲੋਂ ਵੀ ਗੁਰੂ ਦੇ ਮਾਰਗ ਦੇ ਤੁਰਨ ਦੇ ਅਰਥ ਨੇ ਦੁਨੀਆ ਛੱਡ ਜਾਣੀ। ਤਾਂ ਹੀ ਅਸੀਂ ਸਿਖਾਇਆ ਨਹੀਂ ਜੀ, ਇੱਕ ਤਾਂ ਧਰਮ ਵੀ ਇੱਥੇ ਇਸ ਧਰਤੀ ਤੇ ਇਸ ਤਰ੍ਹਾਂ ਦਾ ਚੱਲਦਾ ਜੇ ਪਿਆ। ਉਹ ਕਹਿੰਦੇ ਵੀ ਜਿਹੜਾ ਬੰਦਾ ਵਿਆਹਿਆ ਨਹੀਂ ਉਹਨੂੰ ਅਸੀਂ ਮੰਤਰ ਨਹੀਂ ਦਿੰਦੇ। ਤੁਸੀਂ ਹੈਰਾਨ ਹੋਵੋਗੇ, ਆ ਕੰਨ ਵਿੱਚ ਮੰਤਰ ਦੇਣ ਵਾਲੇ ਨੇ ਉਹ ਕਹਿੰਦੇ ਵੀ ਜਿਹੜਾ ਬੰਦਾ ਅਜੇ ਤੱਕ ਸ਼ਾਦੀ ਨਹੀਂ ਨਾ ਹੋਈ, ਸ਼ਾਦੀ ਤੋਂ ਬਾਅਦ ਮੰਤਰ ਦਿੰਦੇ ਆ। ਯਾਨੀ ਕਿ ਜਿਹੜਾ ਪਹਿਲਾਂ 50% ਤੋਂ ਜ਼ਿਆਦਾ ਧਰਤੀ ਤੇ ਕਰੋੜਾਂ ਬੰਦੇ ਨੇ, ਜੀਵ ਨੇ, ਉਹ ਧਰਮੀ ਨਹੀਂ ਹੋ ਸਕਦੇ। ਉਹ ਕਿਵੇਂ ਦਾ ਧਰਮ ਹੈ ਜਿਹੜਾ ਵਿਆਹ ਸ਼ਾਦੀ ਨਾਲ ਸੰਬੰਧ ਰੱਖਦਾ ਹੈ? ਧਰਮ ਦੇ ਤੇ ਅਰਥ ਸੁਭਾਅ ਹੈ, ਉਹ ਤੇ ਬੱਚੇ ਵਾਸਤੇ ਵੀ, ਉਹ ਤੇ ਜਵਾਨ ਵਾਸਤੇ ਵੀ, ਬੁੱਢੇ ਵਾਸਤੇ, ਸਾਰਿਆਂ ਵਾਸਤੇ। ਪਰ ਅਸੀਂ ਔਖਾ ਕਰ ਦਿੱਤਾ। ਅਸੀਂ ਧਰਮ ਦੇ ਅਰਥ ਕੱਢੇ ਸੰਨਿਆਸ, ਤਿਆਗ। ਮੈਂ ਇੱਕ ਦਿਨ ਇੱਥੇ ਵਿਆਖਿਆ ਵੀ ਕੀਤੀ ਸੀ ਵੀ ਉਹ ਬੰਦੇ ਜਿਹੜੇ ਬਿਲਕੁਲ 100% ਵੈਰਾਗੀ ਹੋ ਜਾਂਦੇ ਨੇ, ਉਹ ਹੁੰਦੇ ਹਨ ਜ਼ਰੂਰ, ਪਰ ਉਹਨਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਬਹੁਤ ਥੋੜ੍ਹੇ ਨੇ, ਹੈਣ ਵਿਰਲੇ ਨਾ ਹੀ ਕਣੇ। ਜਿੱਥੇ ਆਮ ਬੰਦੇ ਨੇ ਆਮ ਜੀਵਨ ਜਿਉਣਾ ਸੰਸਾਰ ਦਾ, ਉਹਦੇ ਵਾਸਤੇ ਉਹ ਡੂੰਘਾਈਆਂ ਕੰਮ ਨਹੀਂ ਦਿੰਦੀਆਂ। ਆਮ ਸੰਸਾਰਿਕ ਨੂੰ ਆਮ ਧਰਮ ਚਾਹੀਦਾ ਹੈ, ਉਹ ਮੋਟੇ ਤੌਰ ਤੇ ਜ਼ਿੰਦਗੀ ਜਿਉਣ ਦੀ ਜਾਚ ਸਿੱਖਦਾ। ਇਹਨੂੰ ਕਹਿੰਦੇ ਗਾਡੀ ਰਾਹ ਤੇ ਚੱਲਣਾ, ਵੀ ਗੁਰੂ ਦੇ ਸਮਝਾਏ ਮਾਰਗ ਦੇ ਅਨੁਸਾਰ ਸਵੇਰੇ ਟਾਈਮ ਨਾਲ ਉੱਠਣਾ। ਸਿੱਧੀ ਜੀ ਗੱਲ ਹੈ, ਕੋਈ ਬਹੁਤੀ ਲੰਬੀ ਚੌੜੀ ਨਹੀਂ। ਜਿੰਨਾ ਕੁ ਸਮਾਂ ਲੱਗੇ, ਜੇ ਪਾਠ ਆਉਂਦਾ ਤੇ ਪਾਠ ਕਰੋ, ਨਹੀਂ ਤੇ ਸਤਨਾਮ ਵਾਹਿਗੁਰੂ ਬੋਲ ਲਓ 10 ਮਿੰਟ। ਕੋਈ ਬਹੁਤਾ ਇਹੋ ਜਿਹੀ ਗੱਲ ਨਹੀਂ ਗੁਰੂ ਸਾਹਿਬ ਨੇ ਕੀਤੀ, ਸਾਇਆ ਨਹੀਂ ਹੈ। ਫਿਰ ਆਪਣੀ ਕਿਰਤ ਕਰਨੀ ਹੈ, ਸੱਚ ਬੋਲਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਨੂੰ ਮਾੜਾ ਨਹੀਂ ਸਮਝਣਾ, ਆਪਣੇ ਤੋਂ ਸੱਚੇ ਮਾਰਗ ਤੇ ਤੁਰਨਾ ਤੇ ਕਿਸੇ ਤਕੜੇ ਦੀ ਪਰਵਾਹ ਵੀ ਨਹੀਂ ਕਰਨੀ। ਨਾਲ ਇਹ ਵੀ ਗੱਲ ਕਹੀ ਹੈ, ਖੁਸ਼ਾਮਦੀ ਜੀਵਨ ਨਹੀਂ ਹੈ ਜਿਹੜਾ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਜੀ, ਬਣਦਾ ਕੁਝ ਨਹੀਂ। ਬੜੇ ਗੁਰਮੁਖ ਕਹਿੰਦੇ ਜੀ ਜਪ ਤਪ ਤੇ ਬੜਾ, ਹੁੰਦਾ ਕੁਝ ਨਹੀਂ ਪਿਆ। ਮੈਂ ਕਿਹਾ ਹੋਵੇ ਕਿਵੇਂ? ਕੰਮ ਅਸੀਂ ਕਿਹੜੇ ਕਰਨੇ? ਅੱਜ ਕੱਲ੍ਹ ਵਕਤ ਚੱਲਿਆ ਮੌਕਾ ਪ੍ਰਸਤੀ। ਇੱਕ ਬੰਦਾ ਇੱਥੇ ਬੈਠਾ, ਉੱਥੇ ਇੱਕ ਨੂੰ ਮਾੜਾ ਕਹਿ ਰਿਹਾ, ਦੂਜੀ ਮਜਲਿਸ ਵਿੱਚ ਜਾ ਕੇ ਉਹਨੂੰ ਚੰਗਾ ਕਹੇਗਾ, ਉਹਦੇ ਨਾਲ ਤੁਰੋ ਤੁਸੀਂ। ਇੰਨਾ ਝੂਠ, ਇੰਨਾ ਬਦਲਵਾਂ ਕੰਮ, ਬਦਲੀ ਵੀ ਜਾਣਾ। ਤੇ ਰੱਬ ਦਾ ਇਹਦੇ ਨਾਲ ਕੋਈ ਨਾਤਾ ਨਹੀਂ। ਰੱਬ ਤੇ ਅੰਦਰੋਂ ਬਾਹਰੋਂ ਇੱਕੋ ਜਿਹਾ। ਉਹ ਕਹਿੰਦਾ ਜਿਹੜਾ ਮਾੜਾ ਹੈ ਉਹਨੂੰ ਸਾਹਮਣੇ ਕਹਿ ਦੇ, ਅੰਦਰੋਂ ਨਾ ਖੋਰ ਰੱਖੀ। ਜਿਹੜੀ ਗੱਲ ਹੈ ਮੂੰਹ ਨਾਲ ਕਹਿ। ਅਸੀਂ ਚਲੇ ਉਲਟ ਗਏ ਬਿਲਕੁਲ। ਕਹਿੰਦੇ ਜੀ ਨੀਤੀ ਵਰਤਨੇ ਆ। ਗੁਰੂ ਸਾਹਿਬ ਕਹਿੰਦੇ ਵੀ ਤੂੰ ਨੀਤੀ ਵਰਤਣਾ ਤੇ ਹੁਣ ਮੈਂ ਵੀ ਨੀਤੀ ਵਰਤਾਂਗਾ। ਤੁਰਿਆ ਫਿਰ ਖਾਲੀ ਹੱਥ ਝਾੜ ਕੇ, ਪੱਲੇ ਕੱਖ ਨਹੀਂ ਪੈਣਾ ਤੇਰਾ। ਇੱਥੇ ਤਾਂ ਸਿੱਧੇ ਲੋਕਾਂ ਦਾ ਰਾਹ ਸੀ। ਉਸ ਗਾਡੀ ਰਾਹ ਤੇ ਗੁਰਮੁਖ ਚੱਲਦੇ ਨੇ। ਫਿਰ ਕਹਿੰਦੇ ਸਾਧ ਸੰਗਤ ਮਿਲ ਚੱਲਣਾ, ਭੱਜ ਗਏ ਠੱਗ ਚੋਰ ਡਰੰਦੇ। ਇਹ ਜਿਹੜੇ 5 ਚੋਰ ਨੇ ਨਾ, ਕਿੱਥੋਂ ਡਰਦੇ ਨੇ? ਗੁਰਮੁਖਾਂ ਦੀ ਸੰਗਤ ਵਿੱਚ। ਸਾਧ ਸੰਗਤ, ਸਾਧ ਸੰਗਤ ਦੇ ਅਰਥ ਭੀੜ ਨਹੀਂ ਹੁੰਦੇ। ਮੈਂ ਪਹਿਲਾਂ ਵੀ ਬੇਨਤੀ ਕਰਨਾ, ਭੀੜ ਨੂੰ ਸਾਧ ਸੰਗਤ ਨਹੀਂ ਕਹਿੰਦੇ। ਸਾਧ ਸੰਗਤ ਦਾ ਅਰਥ ਹੈ ਜਿਸ ਬੰਦੇ ਨੇ ਆਪਣਾ ਜੀਵਨ ਸਾਧ ਲਿਆ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ, ਉਹਨੂੰ ਸਾਧ ਸੰਗਤ ਕਹਿੰਦੇ। ਆ ਵੀ ਸਾਧ ਸੰਗਤ ਹੈ, ਕਿਉਂਕਿ ਇਹਦੇ ਵਿੱਚ ਆਪ ਗੁਰਮੁਖ ਜਿਹੜੇ ਬੈਠੇ ਉਹ ਸਾਧਕ ਨੇ, ਸਾਧਨਾ ਕਰ ਰਹੇ ਨੇ, ਮਿਹਨਤ ਕਰ ਰਹੇ ਨੇ। ਕਹਿੰਦੇ ਜਿਹੜੇ ਸਾਧ ਸੰਗਤ ਦੇ ਸਹਾਰੇ ਨਾਲ ਇਸ ਰਾਹ ਤੇ ਤੁਰਦੇ ਨੇ, ਉਹ 5 ਵਿਕਾਰ ਜਿਹੜੇ ਭੱਜ ਜਾਂਦੇ ਨੇ। ਚੋਰ ਲੈ ਲਾਹਾ ਨਿਜ ਘਰ ਨਿਬਹੰਦੇ, ਲਾਹਾ ਪ੍ਰਾਪਤ ਕਰਕੇ ਨਿਜ ਘਰ, ਅਸਲੀ ਘਰ ਦੇ ਵਿੱਚ ਅਸਲੀ ਧਨ ਨੂੰ ਇਕੱਠਾ ਕਰ ਲੈਂਦੇ ਨੇ। ਨਾਮ ਦਾ ਖਜ਼ਾਨਾ ਇਕੱਠਾ ਕਰ ਲੈਂਦੇ, ਜਿਹੜਾ ਇੱਥੇ ਲੋਕ ਵਿੱਚ ਵੀ ਚੱਲਦਾ ਹੈ ਤੇ ਪਰਲੋਕ ਵਿੱਚ ਵੀ ਚੱਲਦਾ ਹੈ। ਇਹ ਸਾਰੀ ਪੌੜੀ ਦਾ, ਯਾਨੀ ਕਿ ਸਾਰੀ 5ਵੀਂ ਵਾਰ ਦਾ ਮੈਂ ਇੱਕ ਤਾਤਪਰਜ, ਕਿਉਂਕਿ ਪੌੜੀਆਂ ਬਹੁਤ ਜ਼ਿਆਦਾ ਨੇ, 40 ਵਾਰਾਂ ਨੇ, ਤੇ ਹਰ ਇੱਕ ਵਾਰ ਦੇ ਵਿੱਚ 20 ਪੌੜੀਆਂ ਨੇ। ਤੁਸੀਂ ਵੇਖੋ ਕਿੰਨੀਆਂ ਪੌੜੀਆਂ ਹੋਣਗੀਆਂ। ਇਸ ਕਰਕੇ ਸਿਧਾਂਤ ਇੱਕੋ ਹੀ ਹੈ ਜਿਹੜੀ ਪੌੜੀ ਵਿੱਚ। ਇਹਦਾ ਸਿਧਾਂਤ ਹੈ ਵੀ ਜਿਹੜੇ ਫੋਕਟ ਕਰਮ ਨੇ ਨਾ, ਜਿਹੜੇ ਕਰਮ ਕਾਂਡਾਂ ਵਿੱਚ ਲੋਕ ਫਸੇ ਹੋਏ ਨੇ, ਉਹਦੇ 'ਚੋਂ ਸਿੱਖ ਜਿਹੜਾ ਨਿਕਲ ਕੇ ਗੁਰਬਾਣੀ ਨਾਲ ਜੁੜੇ, ਇੱਕ ਗੁਰੂ ਤੇ ਭਰੋਸਾ ਕਰਕੇ ਦੁਬਿਧਾ ਨੂੰ ਤਿਆਗ ਕੇ ਨਾਮ ਜਪੇ,
ਔਰ ਲਾਹਾ ਪ੍ਰਾਪਤ ਕਰੇ। ਇਸ ਸਾਰੀ ਵਾਰ ਦਾ ਇਹ ਪ੍ਰਯੋਜਨ ਪੰਜਵੀਂ ਦਾ ਹੈ। ਆਓ ਸਮੇਂ ਦੇ ਵਿੱਚ ਰਹਿ ਕੇ ਆਪਾਂ 2-4 ਮਿੰਟ ਹੋਰ ਸਿਮਰਨ ਕਰਨਾ। ਸਾਰੇ ਪੂਰੀ ਤਰ੍ਹਾਂ ਇਕਾਗਰ ਚਿੱਤ ਹੋ ਕੇ ਬੈਠੋ, ਚੌਂਕੜਾ ਮਾਰ ਕੇ, ਕਿਉਂਕਿ ਪਹਿਲਾਂ ਆਪਣੇ ਆਪ ਨੂੰ ਸੋਧਣਾ, ਸਰੀਰ ਨੂੰ ਠੀਕ ਕਰਨਾ, ਸਿੱਧੇ ਹੋ ਕੇ ਬਹਿਣਾ, ਫਿਰ ਨੇਤਰ ਬੰਦ ਕਰ ਲੈਣੇ ਤਾਂ ਕਿ ਆਪਣਾ ਧਿਆਨ ਜਿਹੜਾ ਅੱਖਾਂ ਦੇ ਰਾਹੀਂ ਬਹੁਤ ਬਾਹਰ ਜਾਂਦਾ ਹੈ, ਉਹ ਇਕਾਗਰ ਹੋ ਜਾਏਗਾ। ਔਰ ਫਿਰ ਉੱਚੀ ਆਵਾਜ਼ ਵਿੱਚ ਸ਼ਬਦ ਨੂੰ ਬੋਲਣਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਮਨ ਜੁੜ ਜਾਂਦਾ ਹੈ ਔਰ ਇਹ ਦਾਤ ਜਿਹੜੀ ਅੰਮ੍ਰਿਤ ਦੀ ਸਤਿਗੁਰੂ ਕਹਿੰਦੇ ਪ੍ਰਾਪਤ ਹੁੰਦੀ ਹੈ। ਵਾਹਿਗੁਰੂ 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 ਵਾਹਿਗੁਰੂ